ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ ਸਵਾਗਤ ਹੈ। ਕੈਨੇਡਾ 'ਚ ਆ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚੋਂ ਬਹੁਤਾਤ ਗਿਣਤੀ ਪੰਜਾਬ ਤੇ ਖਾਸ ਕਰ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚੋਂ ਪਹੁੰਚ ਰਹੇ ਹਨ। ਪਿਛਲੇ ਕੁਝ ਸਮੇਂ ਦੌਰਾਨ ਮੌਂਟਰੀਅਲ ਦੇ 3 ਕਾਲਜ ਜਿਨ੍ਹਾਂ ਨੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤੀ, ਜਿੱਥੇ ਦਾਖਲਾ ਲਿਆ ਗਿਆ, ਆਖਰਕਾਰ ਉਹ ਕਾਲਜ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤੇ ਗਏ। ਫੀਸਾਂ ਭਵਿੱਖ ਵਿਦਿਆਰਥੀਆਂ ਦਾ ਖਤਰੇ 'ਚ ਪੈ ਗਿਆ। ਇਸ ਵੇਲੇ ਹਾਲਾਤ ਕਾਫੀ ਤਣਾਅਪੂਰਨ ਨੇ। ਉਹਨਾਂ ਨੂੰ ਲੈ ਕੇ ਆਉਂਦੇ ਵੀਕਐਂਡ 'ਤੇ ਸਰੀ ਦੇ ਵਿੱਚ ਇੱਕ ਖਾਸ ਰੈਲੀ ਵੀ ਕੱਢੀ ਜਾ ਰਹੀ ਹੈ ਜੋ ਵਿਦਿਆਰਥੀਆਂ ਦੀ ਹਮਾਇਤ ਦੇ ਵਿੱਚ ਹੈ, ਜਿਸ ਦੇ ਵਿੱਚ ਇਹ ਆਵਾਜ਼ ਬੁਲੰਦ ਕੀਤੀ ਗਈ ਹੈ ਕਿ ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਧੱਕੇ ਹੋ ਰਹੇ ਨੇ ਉਹਨਾਂ 'ਤੇ ਗੌਰ ਕੀਤੀ ਜਾਏ ਅਤੇ ਇਸ ਨੂੰ ਬੰਦ ਕੀਤਾ ਜਾਏ। ਇਹੋ ਜਿਹੇ ਉਪਰਾਲੇ ਅੱਜ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹਨਾਂ ਵਿਦਿਆਰਥੀਆਂ ਦੇ ਨਾਲ ਜੋ ਜ਼ਿਆਦਤੀਆਂ ਹੋ ਰਹੀਆਂ ਨੇ ਉਹ ਬੜੀਆਂ ਖਤਰਨਾਕ ਨੇ। ਇਸ ਦੇ ਨਾਲ ਹੀ ਇਹ ਵੀ ਚਰਚਾ ਜਿਹੜੀ ਅੱਜ ਕਰਨੀ ਬਣਦੀ ਹੈ ਕਿ ਵਿਦਿਆਰਥੀਆਂ ਨੂੰ ਸੰਭਾਲਣ ਦੇ ਵਾਸਤੇ ਕੈਨੇਡਾ ਦੇ ਵਿੱਚ ਬਾਖੂਬੀ ਬਹੁਤ ਸਾਰੇ ਪੰਜਾਬੀ ਪਰਿਵਾਰ ਸਤਿਕਾਰ ਦਿੰਦੇ ਨੇ। ਗੁਰਦੁਆਰਾ ਸੰਸਥਾਵਾਂ ਉਹਨਾਂ ਲਈ ਖਾਣ ਪੀਣ ਵਸਤਰ ਆਦਿ ਦਾ ਪ੍ਰਬੰਧ ਕਰਦੀਆਂ ਨੇ। ਸਰੀ ਤੋਂ ਲੈ ਕੇ ਟੋਰਾਂਟੋ ਤੱਕ ਬਹੁਤ ਸਾਰੇ ਐਸੇ ਇਲਾਕੇ ਨੇ ਜਿੱਥੇ ਕਿ ਭੋਜਨ ਤਿਆਰ ਕਰਕੇ ਵਿਦਿਆਰਥੀਆਂ ਦੇ ਲਈ ਇਉਂ ਰੱਖਿਆ ਜਾਂਦਾ ਹੈ ਕਿ ਰਾਤ ਬਰਾਤੇ ਜਦੋਂ ਵੀ ਆਓ ਤੁਸੀਂ ਛਕ ਸਕਦੇ ਹੋ। ਘਰਾਂ ਦੇ ਵਿੱਚ ਲੋਕ ਵੀ ਬਹੁਤ ਸਾਰੇ ਟਿਕਾਣੇ ਦਿੰਦੇ ਨੇ, ਪਰ ਉਸ ਦੇ ਇਲਾਵਾ ਕੁਝ ਇੱਕ ਐਸੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ ਜਿੱਥੇ ਉਹਨਾਂ ਨੂੰ ਵੇਤਨ ਜਿਹੜਾ ਨਹੀਂ ਦਿੱਤਾ ਜਾਂਦਾ, ਕੰਮ 'ਤੇ ਉਹਨਾਂ ਨਾਲ ਜ਼ਿਆਦਤੀ ਕੀਤੀ ਜਾਂਦੀ ਹੈ। ਉਸ ਦੇ ਨਾਲ ਨਾਲ ਇਹ ਵੀ ਗੱਲ ਹੈ ਕਿ ਵਿਦਿਆਰਥੀਆਂ ਪੱਖੋਂ ਵੀ ਜਿਨ੍ਹਾਂ ਨਾਲ ਧੱਕੇਸ਼ਾਹੀਆਂ ਹੁੰਦੀਆਂ ਉਹ ਖਬਰਾਂ ਸਾਹਮਣੇ ਆ ਰਹੀਆਂ ਨੇ। ਕੁਝ ਇੱਕ ਐਸੇ ਵਿਦਿਆਰਥੀਆਂ ਦੀਆਂ ਮਿਸਾਲਾਂ ਵੀ ਨੇ ਜਿਹੜੇ ਕਿ ਰੱਜਦੇ ਪੁੱਜਦੇ ਘਰਾਂ 'ਚੋਂ ਆਉਣ ਤੋਂ ਬਾਅਦ ਇੱਥੇ ਆ ਕੇ ਕਈ ਤਰ੍ਹਾਂ ਦੇ ਖਰੂਦ ਦੇ ਮਾਹੌਲ ਦੇ ਵਿੱਚ ਦਾਖਲ ਹੋ ਕੇ ਆਪਣੇ ਹੀ ਜਿਹੜੇ ਵਿਦਿਆਰਥੀ ਭਾਈਚਾਰੇ ਲਈ ਖਤਰਾ ਖੜਾ ਕਰ ਰਹੇ ਨੇ। ਪਰ ਇਸ ਦੇ ਰਾਹੀਂ ਇੱਕ ਖਾਸ ਵਰਗ ਨੂੰ ਦੋਨਾਂ ਧਿਰਾਂ 'ਚੋਂ ਪੇਂਟ ਨਹੀਂ ਕੀਤਾ ਜਾ ਸਕਦਾ। ਮੀਡੀਆ 'ਚ ਕੁਝ ਇੱਕ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਬਹੁਤ ਵੱਡੇ ਪੱਧਰ 'ਤੇ ਇੱਕ ਖਾਸ ਦਿਸ਼ਾ ਦੇ ਕੇ ਕੈਨੇਡਾ 'ਚ ਵਸਦੇ ਸਮੂਹ ਜਿਹੜੇ ਵਿਦਿਆਰਥੀਆਂ ਨੂੰ ਸੰਭਾਲਣ ਵਾਲੇ ਜਾਂ ਕੰਮ ਦੇਣ ਵਾਲੇ ਆ ਉਹਨਾਂ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਅਤੇ ਜਿਹੜੀਆਂ ਕੰਟਰੀਬਿਊਸ਼ਨ ਯੋਗਦਾਨ ਜਿਨ੍ਹਾਂ ਸੰਸਥਾਵਾਂ ਵੱਲੋਂ ਪਾਇਆ ਜਾ ਰਿਹਾ ਉਹਨਾਂ ਦਾ ਕਿਤੇ ਜ਼ਿਕਰ ਨਹੀਂ ਕੀਤਾ ਜਾ ਰਿਹਾ। ਇਹ ਇੱਕ ਆਪਣੇ ਆਪ ਦੇ ਵਿੱਚ ਹੋਰ ਚਿੰਤਾ ਦਾ ਵਿਸ਼ਾ ਹੈ। ਜਿੱਥੇ ਵਿਦਿਆਰਥੀਆਂ ਦਾ ਖਿਲਵਾੜ ਇਹਨਾਂ ਦੁਕਾਨਦਾਰੀ ਕਿਸਮ ਦੇ ਜਿਹੜੇ ਕਾਲਜ ਆ ਉਹਨਾਂ ਵੱਲੋਂ ਕਰਨਾ, ਸਰਕਾਰ ਨੂੰ ਇਸ 'ਤੇ ਕੀ ਗੌਰ ਕਰਨਾ ਬਣਦਾ ਹੈ, ਉੱਥੇ ਨਾਲੋਂ ਨਾਲ ਵਿਦਿਆਰਥੀ ਅਤੇ ਇੱਥੇ ਵਸਦੇ ਭਾਈਚਾਰੇ ਦਾ ਜਿਹੜਾ ਡੂੰਘਾ ਰਿਸ਼ਤਾ ਹੈ ਉਸ ਨੂੰ ਸੁਖਾਵਾਂ ਕਿਵੇਂ ਬਣਾ ਸਕਦੇ ਹਾਂ, ਉਹਨਾਂ ਸਾਰੇ ਪਹਿਲੂਆਂ 'ਤੇ ਵਿਸ਼ੇਸ਼ ਗੱਲਬਾਤ ਅਤੇ ਨਾਲ ਹੀ ਇਸ ਗੱਲ ਲਈ ਸੱਦਾ ਦਿੰਦੇ ਹਾਂ ਕਿ ਜਿਹੜੀ ਇਹ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਇਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੱਕ ਦੇ ਵਿੱਚ, ਅਸੀਂ ਵੀ ਉਸ ਦਾ ਸਹਿਯੋਗ ਦਈਏ ਅਤੇ ਆਪਣੇ ਵੱਲੋਂ ਪੂਰਾ ਬਣਦਾ ਸਰਦਾ ਹਿੱਸਾ ਪਾਈਏ। ਸੋ ਅੱਜ ਦੇ ਪ੍ਰੋਗਰਾਮ 'ਚ ਸਾਡੇ ਨਾਲ ਗੱਲਬਾਤ ਕਰਨ ਲਈ ਮਹਿਮਾਨ ਨੇ ਗੁਰਪ੍ਰੀਤ ਸਿੰਘ ਜੀ, ਜਿਹੜੇ ਕਿ ਇਸ ਵਿਸ਼ੇ 'ਤੇ ਰੌਸ਼ਨੀ ਪਾਉਣਗੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਜੀ। ਬਹੁਤ ਸ਼ੁਕਰੀਆ ਗੁਰਵਿੰਦਰ ਸਿੰਘ ਜੀ, ਮੰਚ ਮੁਹੱਈਆ ਕਰਨ ਲਈ ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਕੈਨੇਡਾ 'ਚ ਆ ਰਹੇ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਇਸ ਵੇਲੇ ਕਾਫੀ ਤਿੱਖੀਆਂ ਚਰਚਾਵਾਂ ਚੱਲ ਰਹੀਆਂ ਨੇ, ਕਈ ਘਟਨਾਵਾਂ ਨੇ। ਅਸੀਂ ਚਾਹਾਂਗੇ ਅੱਜ ਉਹਨਾਂ ਦੇ ਬਾਰੇ ਜ਼ਰੂਰ ਰੌਸ਼ਨੀ ਪਾਓ। ਦੇਖੋ ਗੱਲ ਸਰ ਗੁਰਵਿੰਦਰ ਸਿੰਘ ਜੀ ਕਿ ਸਟੂਡੈਂਟ ਜਿਹੜੇ ਆ ਰਹੇ ਨੇ ਉੱਥੋਂ, ਇੱਕ ਤਾਂ ਓਬਵੀਅਸਲੀ ਪੜ੍ਹ ਕੇ ਅਗਾਂਹ ਆਪਣੀ ਕੋਈ ਜ਼ਿੰਦਗੀ ਬਿਹਤਰ ਬਣਾਉਣੀ ਚਾਹੁੰਦੇ ਨੇ ਜੀ, ਪਰ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਕਿਧਰੇ ਨਾ ਕਿਧਰੇ ਉਹਨਾਂ ਦੇ ਮਨ ਵਿੱਚ ਇਹ ਆਸ ਵੀ ਹੈ ਕਿ ਅਸੀਂ ਇੱਥੇ ਆ ਕੇ ਵਸੀਏ, PR ਸਾਡੇ ਕੋਲ ਹੋਵੇ, ਅਸੀਂ ਅਗਾਂਹ ਆਪਣੇ ਪੇਰੈਂਟਸ ਨੂੰ ਸੱਦ ਸਕੀਏ ਔਰ ਇੱਥੇ ਜੀਵਨ ਬਸਰ ਕਰੀਏ, ਜਿਹੜਾ ਉਹਨਾਂ ਨੂੰ ਪੂਰਾ ਹੱਕ ਹੈ ਉਸ ਚੀਜ਼ ਦਾ। ਜਿਹੜਾ ਇੱਥੇ ਆ ਕੇ ਪੜ੍ਹੂਗਾ ਉਸ ਜ਼ਾਹਿਰਾ ਤੌਰ 'ਤੇ ਇਸ ਗੱਲ ਦੀ ਆਸ ਤਾਂ ਹੋਏਗੀ ਨਾ ਕਿ ਮੈਨੂੰ ਕੰਮ ਵੀ ਇੱਥੇ ਮਿਲ ਜਾਏ, ਬਿਲਕੁਲ ਬਾਅਦ 'ਚ ਮੈਂ ਜ਼ਿੰਦਗੀ ਬਸਰ ਕਰ ਸਕਾਂ। ਇਹ ਉਮੰਗ ਸਟੂਡੈਂਟਾਂ ਵਿੱਚ ਆਮ ਹੀ ਹੈ ਔਰ ਪੇਰੈਂਟਸ 'ਚ ਵੀ ਹੈ, ਤਾਂ ਹੀ ਕਰਕੇ ਪੇਰੈਂਟਸ ਇੰਨਾ ਪੈਸਾ ਲਾ ਕੇ ਉਹਨਾਂ ਨੂੰ ਬਾਹਰ ਭੇਜ ਰਹੇ। ਪਰ ਹੋ ਕੀ ਰਿਹਾ ਕਿ ਇਸ ਚੀਜ਼ ਦਾ ਫਾਇਦਾ ਚੁੱਕਿਆ ਜਾ ਰਿਹਾ। ਉਹੋ ਜਿਹੇ ਲੋਕ ਨੇ ਜਿਹੜੇ ਇਮੀਗ੍ਰੇਸ਼ਨ ਬਿਜ਼ਨਸ 'ਚ ਬੈਠੇ ਆ, ਜਿਹੜੇ ਉਹਨਾਂ ਨੂੰ ਗਲਤ ਦੱਸ ਪਾ ਕੇ ਇੱਥੇ ਸੱਦ ਲੈਂਦੇ, ਪੈਸੇ ਤੇ ਪੈਸਾ ਉਹਨਾਂ ਤੋਂ ਨਹੀਂ ਜਾਂਦਾ, ਜਿਵੇਂ ਕੋਈ ਭੇਡ ਹੱਥ ਆਈ ਹੋਵੇ ਉਹਨੂੰ ਲਾਈ ਚੱਲੋ, ਉਹ ਕੰਮ। ਫਿਰ ਅਗਾਂਹ ਉਸ ਦਾ ਫਾਇਦਾ ਉਹਨਾਂ ਸੰਸਥਾਵਾਂ ਵੱਲੋਂ ਚੁੱਕਿਆ ਜਾ ਰਹੀ ਆ, ਚਾਹੇ ਕਾਲਜ ਜਾਂ ਕੋਈ ਇਸ ਤਰ੍ਹਾਂ ਦੇ ਫਰਜ਼ੀ ਸਕੂਲ ਜਿਹੜੇ ਕਿ ਫੀਸਾਂ ਵੀ ਲੈ ਰਹੇ ਆ ਔਰ ਕਾਨੂੰਨੀ ਤੌਰ 'ਤੇ ਮਾਨਤਾ ਵੀ ਨਹੀਂ ਮਿਲੀ ਹੋਈ। ਫਿਰ ਜਦੋਂ ਉਹਨਾਂ ਦੀ ਮਾਨਤਾ ਰੱਦ ਹੋਏਗੀ ਤਾਂ ਜ਼ਾਹਿਰਾ ਤੌਰ 'ਤੇ ਰੌਲਾ ਤਾਂ ਪਊਗਾ ਹੀ। ਫਿਰ ਇਸ ਦੌਰਾਨ ਜਿਹੜੇ ਇੱਥੇ ਲੋਕ ਨੌਕਰੀਆਂ ਦਿੰਦੇ ਉਹਨਾਂ ਨੂੰ, ਉਹ ਵੀ ਸ਼ੋਸ਼ਣ ਕਰਦੇ ਪੂਰਾ, ਔਰ ਲੜਕੀਆਂ ਦਾ ਬਹੁਤ ਸ਼ੋਸ਼ਣ ਹੋ ਰਿਹਾ ਜੀ। ਇੱਥੋਂ ਤੱਕ ਹਾਲਾਤ ਦੇਖੋ, ਕਈ ਸਟੂਡੈਂਟਸ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹੋਏ ਨੇ, ਮਾਨਸਿਕ ਤੌਰ 'ਤੇ ਕਈ ਪਰੇਸ਼ਾਨ ਰਹੇ ਜਦੋਂ COVID-19 ਕਾਰਨ ਆਵਾਜਾਈ ਬੰਦ ਹੋ ਗਈ, ਸੰਪਰਕ ਵੀ ਟੁੱਟ ਗਿਆ ਪਿੱਛੇ ਨਾਲੋਂ। ਉਸ ਤੋਂ ਇਲਾਵਾ ਇਹੋ ਜਿਹੀਆਂ ਸੰਸਥਾਵਾਂ ਜਿਨ੍ਹਾਂ ਦਾ ਬੂਟਾ ਗਦਰੀ ਬਾਬੇ ਨੇ ਲਾਇਆ ਹੋਵੇ, ਉਹਨਾਂ ਨੇ ਸਟੂਡੈਂਟਾਂ ਦੀ ਬਾਂਹ ਦਾ ਕੀ ਫੜਨੀ ਸੀ, ਉਲਟਾ ਉਹਨਾਂ ਤੋਂ ਪੈਸੇ ਮਾਠੇ ਗਏ ਨੇ
ਇਹੋ ਜਿਹੀ ਮਿਸਾਲਾਂ ਵੀ ਸਾਡੇ ਸਾਹਮਣੇ ਆਈਆਂ ਨੇ। ਸੋ ਸਾਰੀਆਂ ਗੱਲਾਂ ਜਦੋਂ ਅਸੀਂ ਵੇਖਦੇ ਹਾਂ ਸ਼ਰਮ ਨਾਲ ਸਿਰ ਝੁਕਦਾ। ਇੱਕ ਉਹ ਦੌਰ ਸੀ ਗਦਰੀ ਬਾਬਿਆਂ ਵੇਲੇ ਜਿਨ੍ਹਾਂ ਨੂੰ ਅਸੀਂ ਆਲੂਆਂ ਦੇ ਬਾਦਸ਼ਾਹ ਕਹਿੰਦੇ ਹੁੰਦੇ ਸੀ। ਸਟੂਡੈਂਟਾਂ ਨੂੰ ਸੱਦ ਕੇ ਉਹਨਾਂ ਦੀ ਪੂਰੀ ਤਰ੍ਹਾਂ ਚੰਗੀ ਸੇਧ ਦਿੱਤੀ, ਉਹਨਾਂ ਨੂੰ ਖਰਚਾ ਪਾਣੀ ਵੀ ਦਿੱਤਾ, ਉਹਨਾਂ ਨੂੰ ਰਹਿਣ ਲਈ ਥਾਂ ਦਿੱਤੀ, ਠਾਰ ਦਿੱਤੀ, ਖਾਣ ਪੀਣ ਦਾ ਪ੍ਰਬੰਧ ਵੀ ਸੀਗਾ, ਪੜ੍ਹਨ ਲਿਖਣ ਲਈ ਵੀ ਉਤਸ਼ਾਹਿਤ ਕੀਤਾ, ਐਕਟਿਵਿਜ਼ਮ ਲਈ ਵੀ ਕੀਤਾ। ਅੱਜ ਉਹ ਸਾਰੇ ਗੌਰਵ ਇਤਿਹਾਸ ਨੂੰ ਕਲੰਕਿਤ ਕਰ ਦਿੱਤਾ ਗਿਆ। ਸੋ ਇਹ ਬਹੁਤ ਦੁਖਦਾਈ ਹੈ। ਸੱਚਾਈ ਹੈ ਜੀ। ਅਸੀਂ ਜਦੋਂ ਬਾਬਾ ਵਿਸਾਖਾ ਸਿੰਘ ਦਲੇਰ, ਬਾਬਾ ਜਵਾਲਾ ਸਿੰਘ ਜੀ ਠੱਠੀਆਂ, ਉਹਨਾਂ ਦੀ ਗੱਲ ਕਰਦੇ ਹਾਂ, ਜਦੋਂ ਉਹਨਾਂ ਮਹਾਨ ਯੋਧਿਆਂ ਜਾਂ ਮਹਾਂਪੁਰਸ਼ਾਂ ਦੀ ਗੱਲ ਕਰਦੇ ਹਾਂ ਜਿਹੜੇ ਕਿ ਗਦਰ ਲਹਿਰ ਦੇ ਬਾਨੀ ਸਨ, ਉਹਨਾਂ ਨੇ ਅਮਰੀਕਾ ਦੇ ਵਿੱਚ ਉਸ ਵੇਲੇ ਸਕਾਲਰਸ਼ਿਪ ਚਲਾਇਆ ਜਦੋਂ 1912-13 ਦੇ ਵਿੱਚ ਵਿਦਿਆਰਥੀ ਜਿਹੜੇ ਪਹਿਲੀ ਵਾਰ ਪੜ੍ਹਨ ਆ ਰਹੇ ਸਨ, ਜਿਨ੍ਹਾਂ 'ਚੋਂ ਕਰਤਾਰ ਸਿੰਘ ਸਰਾਭਾ ਵਰਗੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਵਾਨ ਆਏ। ਬੜੀ ਖੁਸ਼ੀ ਵਾਲੀ ਗੱਲ ਸੀ ਕਿ ਉਹਨਾਂ ਨੇ ਇੱਕ ਮਹਾਨ ਇਹੋ ਜਿਹਾ ਉਪਰਾਲਾ ਕੀਤਾ ਜਿਹੜਾ ਕਿ ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ, ਇਸ ਦਾ ਵੀ ਜੇ ਕੋਈ ਉਸ ਵੇਲੇ ਦਾ ਇਤਿਹਾਸ ਪੜ੍ਹੇ ਤਾਂ ਪਤਾ ਲੱਗਦਾ ਕਿ ਕਿਵੇਂ ਵਿਦਿਆਰਥੀਆਂ ਨੂੰ ਪਹਿਲਾਂ ਕੋਈ ਕਰਜ਼ੇ ਦਿੱਤੇ ਜਾਂਦੇ ਸੀ, ਫਿਰ ਉਹ ਉਹਨਾਂ ਨੂੰ ਵਰਤਦੇ ਸਨ, ਫਿਰ ਸਥਾਪਿਤ ਹੁੰਦੇ ਸਨ, ਫਿਰ ਉਹ ਵਿਦਿਆਰਥੀ ਵੀ ਵਾਪਸ ਉਸ ਦੀ ਸੰਸਥਾ ਦੀ ਮਦਦ ਕਰਦੇ ਸਨ। ਇੱਕ ਬੜਾ ਵਧੀਆ ਦਵੱਲਾ ਰਿਸ਼ਤਾ ਸੀ। ਇਹ ਰਿਸ਼ਤਾ ਇਤਿਹਾਸ ਹੈ, ਸਾਡਾ ਗੌਰਵਮਈ ਵਿਰਸਾ ਹੈ, ਜਿਸ ਨੂੰ ਲੈ ਕੇ ਅਸੀਂ ਅੱਜ ਗੱਲ ਕਰ ਰਹੇ ਹਾਂ। ਕੋਈ ਸ਼ੱਕ ਨਹੀਂ ਕਿ ਇਸ ਸਮੇਂ ਵੱਡੀ ਤਾਦਾਦ ਦੇ ਵਿੱਚ ਪੰਜਾਬ ਤੋਂ, ਭਾਰਤ ਤੋਂ ਵਿਸ਼ੇਸ਼ ਕਰ ਵਿਦਿਆਰਥੀ ਬਾਹਰ ਆ ਰਹੇ ਨੇ। ਉਸ ਦਾ ਇੱਕ ਕਾਰਨ ਵੀ ਹੈ। ਉਸ ਦਾ ਕਾਰਨ ਇਹ ਹੈ ਕਿ ਜੋ ਕੁਝ ਉਹ ਭਾਲਦੇ ਨੇ ਉੱਥੇ ਨਹੀਂ ਮਿਲ ਰਿਹਾ। ਅਸੀਂ ਥੋੜ੍ਹੀ ਜਿਹੀ ਇਸ 'ਤੇ ਵੀ ਗੱਲਬਾਤ ਕਰਾਂਗੇ ਉਸ ਤੋਂ ਅੱਗੇ ਤੁਰਨ ਤੋਂ ਪਹਿਲਾਂ, ਕਿਉਂਕਿ ਅੱਜ ਪੋਲੀਟੀਕਲ ਪਾਰਟੀਆਂ ਇਲੈਕਸ਼ਨ ਦੇ ਦੌਰ ਦੇ ਵਿੱਚ ਬੜੇ ਦਾਅਵੇ ਕਰ ਰਹੀਆਂ ਨੇ ਕਿ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ, ਕੈਨੇਡਾ ਬਣਾਉਣਾ। ਕਈ ਆਖਦੇ ਨੇ ਕਿ ਅਸੀਂ ਸਾਰਿਆਂ ਨੂੰ ਵਾਪਸ ਲੈ ਆਵਾਂਗੇ, ਇੱਥੇ ਸੱਦ ਲਵਾਂਗੇ, ਅਸੀਂ ਮਾਹੌਲ ਇਸ ਤਰ੍ਹਾਂ ਦਾ ਦੇਵਾਂਗੇ। ਸੱਚਾਈ ਕੀ ਹੈ? ਇਹ ਸਿਰਫ ਲਿਫਾਫੇਬਾਜ਼ੀ ਹੈ ਜਾਂ ਇਸ ਦੇ ਵਿੱਚ ਕੁਝ ਹਕੀਕਤ ਹੈ? ਮਸਲਾ ਖੜਾ ਕਿਉਂ ਹੋ ਰਿਹਾ ਕਿ ਏਡੀ ਤਾਦਾਦ ਦੇ ਵਿੱਚ, ਏਡੀ ਵੱਡੀ ਗਿਣਤੀ ਦੇ ਵਿੱਚ ਜਿਸ ਤਰ੍ਹਾਂ ਦਾ ਪਲਾਇਨ ਹੋ ਰਿਹਾ ਪੰਜਾਬ ਦੇ ਵਿੱਚੋਂ, ਜਿੰਨੇ ਅਸੀਂ ਕਹਿੰਦੇ ਬ੍ਰੇਨ ਡਰੇਨ ਹੋਣ ਦੀ ਗੱਲ ਚੱਲਦੀ ਹੈ, ਨੌਜਵਾਨ ਜਿਸ ਕਿਸਮ ਦੇ ਨੌਜਵਾਨ ਲੜਕੇ ਲੜਕੀਆਂ ਬਾਹਰ ਆ ਰਹੇ ਨੇ, ਜਿਵੇਂ ਥਾਂ ਥਾਂ 'ਤੇ ਜਿਹੜੇ ESL ਜਾਂ ਕੋਰਸਿਸ ਜਾਂ ਇਸੇ ਦੀਆਂ ਪੜ੍ਹਾਈਆਂ, ਟੋਫਲ ਟੈਸਟ ਇਹੀ ਚੱਲਦੇ ਨੇ, ਇਹਨਾਂ ਦੀਆਂ ਪੂਰੀਆਂ ਦੁਕਾਨਾਂ ਜ਼ੋਰਾਂ ਸ਼ੋਰਾਂ 'ਤੇ ਨੇ। ਹੋਰ ਕੋਈ ਚਰਚਾ ਹੈ ਹੀ ਨਹੀਂ। ਈਵਨ ਵਿਦੇਸ਼ਾਂ ਤੋਂ ਕੋਈ ਭਾਰਤ ਪੰਜਾਬ ਜਾਵੇ ਤਾਂ ਉੱਥੇ ਪਹਿਲਾ ਸਵਾਲ ਇਹੀ ਹੁੰਦਾ ਕਿ ਸਾਡੇ ਬੱਚੇ ਤਿਆਰ ਨੇ, ਹੁਣ ਇਹਨਾਂ ਦਾ ਕੋਈ ਪ੍ਰਬੰਧ ਕਰੋ। ਸੋ ਇੰਨਾ ਜ਼ਿਆਦਾ ਵੱਡਾ ਜਿਹੜਾ ਰੁਝਾਨ ਹੈ, ਪਹਿਲਾਂ ਇਸ ਦੇ ਬਾਰੇ ਜ਼ਰੂਰ ਰੋਸ਼ਨੀ ਪਾਓ। ਪੰਜਾਬ ਦੇ ਨੁਕਤੇ ਤੋਂ ਜੇ ਗੱਲ ਕਰੀਏ, ਪੰਜਾਬ ਨੂੰ ਹਮੇਸ਼ਾ ਖੁਸ਼ਹਾਲ ਸੂਬਾ ਮੰਨਿਆ ਗਿਆ ਜੀ। ਪੰਜਾਬ ਬਾਰੇ ਇਹ ਗੱਲ ਬਣੀ ਹੋਈ ਹੈ ਕਿ ਪੰਜਾਬ ਸਾਰੇ ਦੇਸ਼ ਦਾ ਢਿੱਡ ਭਰਦਾ। ਇੱਥੋਂ ਤੱਕ ਕਿ ਤੁਹਾਡੇ ਪ੍ਰਵਾਸੀ ਮਜ਼ਦੂਰ ਪੰਜਾਬ 'ਚ ਵੱਡੀ ਗਿਣਤੀ 'ਚ ਆਉਂਦੇ ਰਹੇ ਨੇ, ਬਿਹਾਰ, ਯੂਪੀ ਵਰਗੇ ਸੂਬਿਆਂ ਤੋਂ ਆ ਕੇ ਆਪਣਾ ਜੀਵਨ ਬਸਰ ਕਰਨ ਵਾਸਤੇ। ਉਹਨਾਂ ਲਈ ਰੋਜ਼ੀ ਰੋਟੀ ਦਾ ਸਾਧਨ ਪੰਜਾਬ ਰਿਹਾ ਇੱਕ ਖੁਸ਼ਹਾਲ ਸੂਬੇ ਦੇ ਤੌਰ 'ਤੇ। ਅੱਜ ਉਹਦੀ ਖੁਸ਼ਹਾਲੀ ਦੇ ਸਵਾਲੇ ਚਿੰਨ੍ਹ ਲੱਗਦਾ ਜਦੋਂ ਅਸੀਂ ਵੇਖਦੇ ਹਾਂ ਕਿ ਸਟੂਡੈਂਟ ਧੜਾ ਉੱਥੋਂ ਆ ਰਹੇ ਨੇ। ਕਿ ਜੇ ਵਾਕਈ ਹੀ ਪੰਜਾਬ ਕੈਲੀਫੋਰਨੀਆ ਬਣ ਗਿਆ ਹੁੰਦਾ, ਸੁਣਦੇ ਤਾਂ ਕਦੋਂ ਤੋਂ ਆ ਰਹੇ ਕੈਲੀਫੋਰਨੀਆ ਬਣਾਵਾਂਗੇ, ਅਜੇ ਤਾਂ ਕੈਲੀਫੋਰਨੀਆ ਦੀ ਨੀਂਹ ਵੀ ਨਹੀਂ ਰੱਖੀ ਗਈ ਉੱਥੇ। ਸੋ ਕੈਲੀਫੋਰਨੀਆ ਉਹ ਤਾਂ ਨਹੀਂ ਬਣਿਆ, ਪਰ ਕੈਲੀਫੋਰਨੀਆ ਜ਼ਰੂਰ ਪੰਜਾਬ ਬਣ ਗਿਆ। ਸੋ ਇਹਦਾ ਜਵਾਬ ਤਾਂ ਪੰਜਾਬ ਦੇ ਸਿਆਸਤਦਾਨ ਦੇਣ ਕਿ ਤੁਹਾਡਾ ਤਰੱਕੀ ਦਾ ਮਾਡਲ ਕਿੱਥੇ ਗਿਆ, ਕਿੱਥੇ ਹਵਾ 'ਚ ਉੱਡ ਗਿਆ ਉਹ। ਫਿਰ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਭਾਰਤ ਦੀ, ਕੇਂਦਰ ਸਰਕਾਰ ਦੀ। ਆਹੀ ਨਰਿੰਦਰ ਮੋਦੀ ਕਹਿੰਦਾ ਸੀਗਾ ਕਿ ਮੈਂ ਭਾਰਤ ਨੂੰ ਸੋਨੇ ਦੀ ਚਿੜੀਆ ਬਣਾ ਦੂੰਗਾ, ਜਿਹੜਾ ਧਨ ਬਾਹਰ ਗਿਆ ਉਹਨੂੰ ਵਾਪਸ ਲਿਆਊਂਗਾ। ਨਾ ਉਹ ਧਨ ਵਾਪਸ ਆਇਆ, ਨਾ ਸੋਨੇ ਦੀ ਚਿੜੀਆ ਬਣ ਸਕਿਆ। ਔਰ ਉਲਟਾ ਗੱਲਾਂ ਤਾਂ ਬੜੀਆਂ ਕੀਤੀਆਂ ਗਈਆਂ, ਅਸੀਂ ਡਿਵੈਲਪਮੈਂਟ ਚੱਕ ਦਿੱਤੀ ਹੈ, ਡਿਵੈਲਪਮੈਂਟ ਕਿੰਨੀ ਹੋ ਗਈ ਇੱਥੇ। ਗੁਜਰਾਤ ਮਾਡਲ ਦਾ ਪ੍ਰਚਾਰ ਕੀਤਾ ਗਿਆ। ਹੁਣ ਹਾਲਾਤ ਇਹ ਨੇ ਗੁਜਰਾਤ ਤੋਂ ਵੀ ਲੋਕ ਇੱਥੇ ਆਉਣ ਲਈ ਮਜਬੂਰ ਨੇ। ਆ ਪਿੱਛੇ ਖਾਂਦਾ ਪੀਂਦਾ ਟੱਬਰ ਗੁਜਰਾਤ ਤੋਂ ਇੱਥੇ ਆਇਆ, ਆਪਣੀ ਜਾਨਾਂ ਗਵਾ ਬੈਠੇ 4 ਜੀ ਸਾਡੇ ਸਾਹਮਣੇ ਹੈ। ਸੋ ਗੁਜਰਾਤ ਮਾਡਲ ਦੀ ਵੀ ਫੂਕ ਨਿਕਲਦੀ ਹੈ, ਪੂਰੇ ਭਾਰਤ ਦੀ ਤਰੱਕੀ ਦੇ ਮਾਡਲ ਦੇ ਵੀ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ। ਵੇਖੋ, ਮੈਂ 2001 'ਚ ਇੱਥੇ ਆਇਆ ਸੀਗਾ, ਉਦੋਂ ਇੱਕ ਟ੍ਰੈਂਡ ਸੀ, ਲੋਕਾਂ 'ਚ ਇੰਨਾ ਉਤਸ਼ਾਹ ਨਹੀਂ ਸੀਗਾ ਬਾਹਰ ਜਾਣ ਦਾ, ਸੀ ਜ਼ਰੂਰ ਪਰ ਇੰਨਾ ਨਹੀਂ ਜਿੰਨਾ ਹੋਣਾ। ਫਿਰ ਕਰਦੇ ਕੁਝ ਸਾਲਾਂ ਬਾਅਦ ਅਸੀਂ ਵੇਖਦੇ ਹਾਂ ਕਿ ਕੋਈ ਸਾਡਾ ਰਿਸ਼ਤੇਦਾਰ ਦੋਸਤ ਇਹੋ ਜਿਹਾ ਨਹੀਂ ਹੋਇਆ ਜਿਹੜਾ ਇਸ ਗੱਲ ਲਈ ਸਾਨੂੰ ਫੋਨ ਕਰਦਾ ਹੋਵੇ ਕਿ ਮੇਰਾ ਪੁੱਤ, ਮੇਰਾ ਭਤੀਜਾ ਬਾਹਰ ਚੱਲਿਆ, ਉਹਦੀ ਬਾਂਹ ਫੜ ਲਿਓ, ਫਲਾਣਾ ਟਮਕਾਣਾ, ਜਾਂ ਕੀ ਕੀਤਾ ਜਾਵੇ। ਬਿਲਕੁਲ, ਇਹ ਪਿਛਲੇ ਕੁਝ ਸਾਲਾਂ ਦੌਰਾਨ ਟ੍ਰੈਂਡ ਪਿਕ ਕੀਤਾ, ਜਿਸ ਦਾ ਇੱਕ ਮਤਲਬ ਇਹ ਹੋ ਸਕਦਾ, ਵੈਸੇ ਤਾਂ ਪੂਰਾ ਵਿਸ਼ਾ ਖੋਜ ਦੀ ਮੰਗ ਕਰਦਾ ਤਹਿ ਤੱਕ ਜਾਣ ਲਈ, ਪਰ ਜੇ ਆਪਾਂ ਸਤਹੀ ਪੱਧਰ 'ਤੇ ਵੇਖੀਏ, ਇਨਵੈਸਟਮੈਂਟ ਬਾਹਰੋਂ ਹੋ ਨਹੀਂ ਰਹੀ, ਰੁਜ਼ਗਾਰ ਦੇ ਸਾਧਨ ਹੈ ਨਹੀਂ, ਧਰਮ ਦੇ ਨਾਂ 'ਤੇ ਸਿਆਸਤ ਖੇਡੀ ਜਾ ਰਹੀ ਹੈ, ਲੋਕ ਬਾਹਰ ਆਉਣ ਲਈ ਮਜਬੂਰ ਨੇ। ਇਕੱਲਾ ਹੁਣ ਪੰਜਾਬ ਨਹੀਂ, ਸਗੋਂ ਬਾਕੀ ਸੂਬੇ ਨਹੀਂ, ਜੋ ਗੁਜਰਾਤ ਦੀ ਮਿਸਾਲ ਮੈਂ ਦਿੱਤੀ, ਉਹ ਵੀ ਬਾਹਰ ਆਉਣ ਨੂੰ ਆਕਰਸ਼ਿਤ ਨੇ। ਸੋ ਕਿੱਥੇ ਗਏ ਉਹ ਤਰੱਕੀ ਦੇ ਮਾਡਲ, ਕਿੱਥੇ ਗਏ ਉਹ ਜਿਹੜੇ ਵੱਡੇ ਦਾਅਵੇ? ਤੁਸੀਂ ਰੁਜ਼ਗਾਰ ਦੇ ਸਾਧਨ ਨਹੀਂ ਪੈਦਾ ਕਰ ਸਕੇ, ਪੂੰਜੀ ਨਿਵੇਸ਼ ਨਹੀਂ ਹੋ ਰਿਹਾ, ਉਲਟਾ ਤੁਹਾਡੇ ਦੇਸ਼ ਵਿੱਚੋਂ ਨੌਜਵਾਨ ਪੀੜ੍ਹੀ ਬਾਹਰ ਵੱਲ ਨੂੰ ਆਕਰਸ਼ਿਤ ਹੋ ਰਹੀ ਹੈ। ਇਹਦਾ ਮਤਲਬ ਕਿਧਰੇ ਨਾ ਕਿਧਰੇ ਜਿਹੜੇ ਸਾਡੇ ਅਸੀਂ ਝਾਂਸੇ ਦਿੰਦੇ ਰਹੇ ਹਾਂ ਇੰਨੇ ਸਾਲਾਂ ਦੌਰਾਨ, ਸਾਰੀਆਂ ਸਿਆਸੀ ਪਾਰਟੀਆਂ, ਇਹ ਉਹਦਾ ਹੀ ਸਿੱਟਾ। ਜੇ ਕੋਈ ਠੋਸ ਕੰਮ ਕੀਤੇ ਗਏ ਹੁੰਦੇ ਤਾਂ ਲੋਕ ਬਾਹਰ ਆਉਣ ਲਈ ਮਜਬੂਰ ਨਾ ਹੁੰਦੇ।
ਔਰ ਪੰਜਾਬ ਜੇ ਖੁਸ਼ਹਾਲ ਸੂਬਾ ਜੇ ਉਹਦੇ ਨੌਜਵਾਨ ਉੱਥੇ ਟਿਕਣ ਲਈ ਤਿਆਰ ਨਹੀਂ ਤਾਂ ਤੁਸੀਂ ਅਨੁਮਾਨ ਲਾ ਕੇ ਦੇਖੋ ਜਿਹੜੇ ਸੂਬੇ ਨੇ ਖੁਸ਼ਹਾਲ ਨਹੀਂ ਉੱਥੇ ਕੀ ਆਲਮ ਹੋਊਗਾ, ਉੱਥੇ ਕੀ ਹਾਲਾਤ ਹੋਣਗੇ, ਇਸ ਦਾ ਤੁਸੀਂ ਭਲੀ ਭਾਂਤ ਅਨੁਮਾਨ ਲਾ ਸਕਦੇ ਹੋ। ਸਾਡੇ ਸਾਹਮਣੇ ਅਨੇਕਾਂ ਹੀ ਇਹੋ ਜਿਹੀਆਂ ਮਿਸਾਲਾਂ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਨੌਜਵਾਨ ਜਿਹੜੇ ਕਿ ਜਿਸ ਗਿਣਤੀ ਦੇ ਵਿੱਚ ਅੱਜ ਕੈਨੇਡਾ ਵਗੈਰਾ ਆ ਰਹੇ ਨੇ, ਉਹਨਾਂ ਦੇ ਜੋ ਸੰਬੰਧਿਤ ਮਸਲੇ ਨੇ, ਉਹਨਾਂ ਦੇ ਕਾਰਨ ਨੇ, ਉਹਨਾਂ ਨੂੰ ਬਾਰੀਕੀ ਨਾਲ ਖੋਜਣਾ, ਵਿਚਾਰਨਾ ਤੇ ਵਿਸ਼ਲੇਸ਼ਣ ਕਰਨਾ ਬੜਾ ਜ਼ਰੂਰੀ ਹੈ। ਹੁਣ ਜਦੋਂ ਉਹ ਇੱਥੇ ਆਉਣ ਦਾ ਪ੍ਰਬੰਧ ਕਰਦੇ ਨੇ ਤਾਂ ਕੁਦਰਤੀ ਹੈ ਕਿ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਸੰਸਥਾਵਾਂ ਨੇ ਜਾਂ ਜਿਹੜੇ ਕੰਸਲਟੈਂਟ ਨੇ ਜਾਂ ਕੰਸਲਟੈਂਟ ਨਾ ਵੀ ਹੋਣ ਦੇ ਬਾਵਜੂਦ ਕਈ ਅੰਦਰ ਖਾਤੇ ਇਹੋ ਜਿਹੇ ਵਪਾਰ ਕਰ ਰਹੇ ਨੇ, ਉਹਨਾਂ ਨੇ ਜਿੰਨੇ ਪੈਸੇ ਉਹਨਾਂ ਤੋਂ ਉਗਰਾਏ ਜਾਂ ਜਿਨ੍ਹਾਂ ਸਕੂਲਾਂ ਸੰਸਥਾਵਾਂ ਦੇ ਨਾਂ 'ਤੇ ਪੈਸੇ ਲਏ, ਉਹਨਾਂ ਦਾ ਭਵਿੱਖ ਵੀ ਖਤਰੇ 'ਚ ਹੈ। ਖਤਰੇ 'ਚ ਕੇਵਲ ਉਹਨਾਂ ਕਾਲਜਾਂ ਦਾ, ਮੌਂਟਰੀਅਲ ਦੇ ਕੁਝ ਕਾਲਜ ਜਾਂ ਕੁਝ ਸੰਸਥਾਵਾਂ ਦਾ ਨਹੀਂ, ਓਵਰਆਲ ਭਵਿੱਖ ਵੀ ਖਤਰੇ 'ਚ ਹੈ ਵਿਦਿਆਰਥੀਆਂ ਦਾ। ਕਿਉਂਕਿ ਜਿਨ੍ਹਾਂ ਨੇ ਇੰਨੇ ਹਜ਼ਾਰਾਂ ਡਾਲਰ ਖਰਚ ਕੀਤੇ, ਜਿਨ੍ਹਾਂ ਦੇ ਪਰਿਵਾਰਾਂ ਨੇ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਦੇ ਹੋਏ ਸਾਰਾ ਕੁਝ ਇਹਨਾਂ 'ਤੇ ਲਾ ਦਿੱਤਾ, ਸਭ ਕੁਝ ਦਾਅ 'ਤੇ ਲਾ ਦਿੱਤਾ, ਉਹਨਾਂ ਦੇ ਵਿੱਚੋਂ ਮਜਬੂਰਨ ਕਈ ਘਟਨਾਵਾਂ ਐਸੀਆਂ ਨੇ ਜਿਹੜੇ ਕਿ ਮਾਨਸਿਕ ਤਣਾਅ ਦੇ ਕਾਰਨ ਖੁਦਕੁਸ਼ੀਆਂ ਕਰ ਰਹੇ ਨੇ, ਗਲਤ ਰਸਤਾ ਅਖਤਿਆਰ ਕਰ ਰਹੇ ਨੇ ਜਾਂ ਕਿਸੇ ਤਰ੍ਹਾਂ ਨਿਰਾਸ਼ਾ ਦੇ ਦੌਰ ਦੇ ਵਿੱਚ ਨੇ, ਡਿਪਰੈਸ਼ਨ 'ਚ ਜਾ ਰਹੇ ਨੇ। ਇਹ ਇੱਕ ਨਹੀਂ ਅਨੇਕਾਂ ਘਟਨਾਵਾਂ ਦੇ ਵਿੱਚ ਇਸ ਤਰ੍ਹਾਂ ਦੇ ਵੇਰਵੇ ਮਿਲਦੇ ਨੇ। ਹੁਣ ਵੱਡੇ ਪ੍ਰੋਟੈਸਟ ਮੌਂਟਰੀਅਲ ਦੇ ਵਿੱਚ ਹੋਏ, ਉੱਥੋਂ ਦੇ ਗੁਰਦੁਆਰਾ ਅਸਥਾਨ, ਟੋਰਾਂਟੋ ਦੇ ਸਿੱਖ ਸੰਸਥਾਵਾਂ ਦੇ ਮੁਤਲਕ ਜਿੱਥੇ ਪਹੁੰਚ ਕੇ ਇਹਨਾਂ ਵਿਦਿਆਰਥੀਆਂ ਨੇ ਇਹ ਗੱਲ ਦਾ ਇਜ਼ਹਾਰ ਕੀਤਾ, ਉੱਥੇ ਵੀ ਇਸ ਤਰ੍ਹਾਂ ਦੇ ਰੋਸ ਪ੍ਰਗਟਾਵੇ ਹੋਏ। ਸਰੀ ਦੇ ਵਿੱਚ ਵੀ ਇਸ ਨੂੰ ਲੈ ਕੇ ਇਹ ਚਿੰਤਾ ਦਾ ਇਜ਼ਹਾਰ ਕੀਤਾ ਗਿਆ ਤੇ ਜਿਹੜੇ ਸੰਸਥਾਵਾਂ ਜਾਂ ਜਥੇਬੰਦੀਆਂ ਨੇ ਇਹ ਉਪਰਾਲੇ ਕੀਤੇ ਨੇ ਉਹ ਬਣਦੇ ਵੀ ਨੇ। ਸੋ ਜਿਹੜਾ ਇਹ ਐਤਵਾਰ ਨੂੰ ਇਸ ਬਾਰੇ ਲੈ ਕੇ ਚਿੰਤਾ ਦਾ ਪ੍ਰਗਟਾਵਾ ਹੋ ਰਿਹਾ, ਥੋੜਾ ਇਸ ਤੇ ਰੌਸ਼ਨੀ ਪਾਇਓ। ਇੱਕ ਜਿਹੜਾ ਗਰੁੱਪ ਸਾਡੇ ਭਾਈਚਾਰੇ 'ਚ ਬਣਿਆ ਵਨ ਵੌਇਸ, ਦੁਪਿੰਦਰ ਕੌਰ ਸਰਾਂ ਤੇ ਉਹਨਾਂ ਦੇ ਸਾਥੀ ਉਸ ਗਰੁੱਪ ਦੀ ਅਗਵਾਈ ਕਰਦੇ ਆ ਰਹੇ। ਇਹ ਗਰੁੱਪ ਬਣੇ ਇਸ ਵਾਸਤੇ ਸੀ ਕਿ ਜਿਹੜੇ ਬਾਹਰੋਂ ਸਟੂਡੈਂਟ ਆ ਰਹੇ ਨੇ ਉਹਨਾਂ ਦੀ ਬਾਂਹ ਫੜੀ ਜਾਵੇ, ਜਿਹੜੇ ਮਾਨਸਿਕ ਪਰੇਸ਼ਾਨੀਆਂ 'ਚ ਗੁਜ਼ਰ ਰਹੇ, ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ, ਉਹਨਾਂ ਦੀ ਸਮੱਸਿਆਵਾਂ ਨੂੰ ਦੂਰ ਕਰਨ ਦੀ ਖਾਤਰ ਗਰੁੱਪ ਬਣਾਇਆ ਗਿਆ ਤਾਂ ਜੋ ਉਹਨਾਂ ਨੂੰ ਲੋੜ ਪੈਣ 'ਤੇ ਹਰ ਤਰ੍ਹਾਂ ਦੇ ਉਹਨਾਂ ਲਈ ਪ੍ਰਬੰਧ ਕੀਤੇ ਜਾਣ। ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਮੰਚ ਮੁਹੱਈਆ ਕਰਕੇ ਸਟੂਡੈਂਟਾਂ ਨੂੰ ਮੌਕਾ ਦਿੱਤਾ ਕਿ ਬਾਹਰ ਆ ਕੇ ਆਪਣੀ ਕਹਾਣੀਆਂ ਬਿਆਨ ਕਰ ਸਕਣ। ਤੁਹਾਨੂੰ ਯਾਦ ਹੋਊਗਾ ਕਿ ਇੱਕ ਬਕਾਇਦਾ ਪ੍ਰੈਸ ਕਾਨਫਰੰਸ ਵੀ ਹੋਈ ਸੀ। ਹਾਂਜੀ, ਉਸ ਵਿੱਚ ਉਹਨਾਂ ਨੇ ਕਈ ਗੱਲਾਂ ਦੱਸੀਆਂ ਕਿ ਸਾਡੀਆਂ ਦਿੱਕਤਾਂ ਕਿਹੜੀਆਂ ਨੇ। ਸੋ ਉਸੇ ਗਰੁੱਪ ਵੱਲੋਂ ਆਉਂਦੇ ਐਤਵਾਰ ਨੂੰ 13 ਫਰਵਰੀ ਨੂੰ ਦੁਪਹਿਰੇ 2 ਵਜੇ ਜਿਹੜਾ ਬੀਅਰ ਕ੍ਰੀਕ ਪਾਰਕ ਦਾ ਖੁੰਝਾ, 88 ਦੇ ਕਿੰਗ ਜੌਰਜ ਦਾ ਖੁੰਝਾ, ਉੱਥੇ ਇਹ ਰੈਲੀ ਹੋ ਰਹੀ ਹੈ। ਸਭ ਨੂੰ ਜਾਣ ਦਾ ਖੁੱਲ੍ਹਾ ਸੱਦਾ। ਮਕਸਦ ਇਹੋ ਹੀ ਹੈ ਜੋ ਇਸ ਵੇਲੇ ਮੌਂਟਰੀਅਲ 'ਚ ਹੋਇਆ, ਜੋ ਇੱਥੇ ਹੋਇਆ ਜਾਂ ਬਾਕੀ ਥਾਵਾਂ 'ਤੇ ਹੋ ਰਿਹਾ, ਉਸ ਵੱਲ ਲੋਕਾਂ ਦਾ ਧਿਆਨ ਦਿਵਾਇਆ ਜਾਏ ਕਿ ਇੰਟਰਨੈਸ਼ਨਲ ਸਟੂਡੈਂਟਸ ਕਿਸ ਤਰ੍ਹਾਂ ਦੇ ਸੰਤਾਪ ਵਿੱਚੋਂ ਗੁਜ਼ਰ ਰਹੇ, ਔਰ ਖ਼ਾਸ ਤੌਰ 'ਤੇ ਜਿਹੜੇ ਇਮੀਗ੍ਰੈਂਟ, ਜਿਹੜੇ ਕੰਸਲਟੈਂਟ ਲੁੱਟ ਰਹੇ ਇਹਨਾਂ ਨੂੰ, ਜਿਹੜੇ ਰੁਜ਼ਗਾਰ ਦੇ ਕੇ LMI ਦੇ ਪੱਜ ਨਾਲ ਲੁੱਟ ਰਹੇ ਨੇ, ਜਾਂ ਜਿਹੜੇ ਜਾਲੀ ਕਾਲਜ ਖੋਲ੍ਹ ਕੇ ਇਹਨਾਂ ਨੂੰ ਫੁਸਲਾ ਰਹੇ, ਉਹਨਾਂ ਸਭ ਦੇ ਨਮਦੇ ਕੱਸੇ ਜਾਣੇ ਚਾਹੀਦੇ। ਜੀ, ਅਫਸੋਸ ਦੀ ਗੱਲ ਕਿ ਸਰਕਾਰ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ, ਇਸ 'ਤੇ ਅਫਸੋਸ ਹੀ ਕੀਤਾ ਜਾ ਸਕਦਾ। ਸਾਡੇ ਸਾਹਮਣੇ ਘਟਨਾਵਾਂ ਜਿਹੜੀਆਂ ਆਈਆਂ, ਉਹਨਾਂ ਦੇ ਵਿੱਚੋਂ ਪ੍ਰਮੁੱਖ ਘਟਨਾ ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਕਿਊਬੈਕ ਦੀ ਘਟਨਾ ਹੈ, ਜਿਸ ਨੂੰ ਲੈ ਕੇ ਬੜਾ ਵੱਡਾ ਇਸ ਵੇਲੇ ਫਿਕਰਮੰਦੀ ਦਾ ਦੌਰ ਹੈ, ਜਿਸ ਦੇ ਵਿੱਚ ਸੈਂਕੜੇ ਹੀ ਵਿਦਿਆਰਥੀ ਜਿਨ੍ਹਾਂ ਨੇ ਲੱਖਾਂ ਡਾਲਰ ਜਿਹੜੇ ਦੇ ਦਿੱਤੇ ਨੇ, ਉਹਨਾਂ ਸਾਰਿਆਂ ਦਾ ਜਿਹੜਾ ਭਵਿੱਖ ਹੈ ਇਸ ਵੇਲੇ ਖਤਰੇ 'ਚ ਹੈ। ਇਹ ਇੱਕ ਸੂਬਾ ਹੈ ਜਿਸ ਦੀ ਗੱਲ ਅਸੀਂ ਕਰ ਰਹੇ ਹਾਂ, ਪਰ ਇਸ ਤਰ੍ਹਾਂ ਦਾ ਮਾਹੌਲ ਵੈਨਕੂਵਰ ਏਰੀਏ 'ਚ ਵੀ, ਟੋਰਾਂਟੋ ਏਰੀਏ 'ਚ ਵੀ ਹੈ, ਥਾਂ 'ਤੇ ਹੈ। ਹੁਣ ਵਿਦਿਆਰਥੀ ਜਦੋਂ ਆਪਣੇ ਰੋਜ਼ੀ ਰੋਟੀ ਦੇ ਲਈ ਇੱਥੇ ਆਉਂਦੇ ਨੇ ਜਾਂ ਸੁਨਹਿਰੀ ਭਵਿੱਖ ਦੀ ਗੱਲ ਕਰਦੇ ਨੇ, ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਤਾਂ ਪੜ੍ਹਨ ਆਏ ਹੋ, ਤੁਸੀਂ ਕੇਵਲ ਪੜ੍ਹਾਈ 'ਤੇ ਫੋਕਸ ਕਰੋ, ਨਹੀਂ, ਉਹ ਆਪਣੀ ਡੇਲੀ ਰੋਜ਼ਾਨਾ ਜ਼ਿੰਦਗੀ ਹੈ ਜਿਹੜੀ ਉਸ ਨੂੰ ਗੁਜ਼ਾਰਨ ਲਈ ਕੁਝ ਕੰਮਕਾਰ ਵੀ ਉਹਨਾਂ ਨੂੰ ਚਾਹੀਦਾ, ਕੁਝ ਘੰਟੇ ਉਹ ਕੰਮ ਕਰਨ, ਕੁਝ ਗੁਜ਼ਾਰਾ ਕਰਨ। ਹਮੇਸ਼ਾ ਲਗਾਤਾਰ ਪੰਜਾਬ ਤੋਂ ਪੈਸੇ ਮੰਗਾਉਣੇ ਇਹ ਸੰਭਵ ਨਹੀਂ ਹੈ। ਸੋ ਇਸ ਕਰਕੇ ਉਹਨਾਂ ਨੂੰ ਕੁਝ ਨਾ ਕੁਝ ਘੰਟਿਆਂ ਦੇ ਬੱਧੀ ਜਿਹੜਾ ਹੈ ਸਮਾਂ ਨਿਸ਼ਚਿਤ ਕੀਤਾ ਜਾਵੇ। ਹੁਣ ਸਰਕਾਰ ਦਾ ਇੱਕ ਬੜਾ ਵੱਡਾ ਫਰਜ਼ ਬਣਦਾ ਹੈ ਕਿ ਜਿਹੜੇ ਇਸ ਵੇਲੇ ਕਾਲਜ ਜਿਨ੍ਹਾਂ ਨੇ ਇਹੋ ਜਿਹਾ ਕੁਝ ਕੀਤਾ, ਉਹਨਾਂ ਦਾ ਸ਼ਿਕੰਜਾ ਕੱਸਿਆ ਜਾਏ, ਜਾਂ ਜਿਹੜੇ ਵਿਦਿਆਰਥੀਆਂ ਦੇ ਪੈਸੇ ਉਹਨਾਂ ਨੇ ਇਸ ਵੇਲੇ ਜ਼ਬਤ ਕੀਤੇ ਨੇ ਉਹਨਾਂ ਨੂੰ ਵਾਪਸ ਕਰਾਏ ਜਾਣ, ਜਾਂ ਕਿਸੇ ਕਿਸਮ ਦਾ ਜਿਹੜਾ ਇਸ ਦਾ ਕੋਈ ਹੱਲ ਕੱਢਿਆ ਜਾਏ। ਸੋ ਪਹਿਲਾਂ ਤਾਂ ਇਹਨਾਂ ਵਿੱਦਿਅਕ ਅਦਾਰਿਆਂ ਤੇ ਇਮੀਗ੍ਰੇਸ਼ਨ ਸੰਸਥਾਵਾਂ ਦੇ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਦੀ ਗੱਲ ਹੈ, ਇਸ ਦੇ ਵਿੱਚ ਕੀ ਰੋਲ ਅਦਾ ਕਰ ਸਕਦੀ ਹੈ ਸਰਕਾਰ, ਜਾਂ ਕੀ ਇਸ ਦੇ ਵੱਲ ਧਿਆਨ ਦੇਣ ਲਈ ਗੱਲਾਂ ਕਹੀਆਂ ਜਾ ਸਕਦੀਆਂ ਨੇ? ਫੈਡਰਲ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਦੂਜੇ ਦੇਸ਼ਾਂ ਤੋਂ ਆ ਰਹੇ ਸਟੂਡੈਂਟਾਂ ਦਾ ਮਸਲਾ, ਉਹਨਾਂ ਨੂੰ ਪਹਿਲ ਕਦਮੀ ਕਰਕੇ ਇਸ 'ਤੇ ਗੌਰ ਕਰਨਾ ਚਾਹੀਦਾ। ਦੇਖੋ, ਇੱਕ ਸਟੇਜ 'ਤੇ ਟਰੂਡੋ ਨੇ ਦਰਵਾਜ਼ੇ ਖੋਲ੍ਹੇ ਕਿ ਸਟੂਡੈਂਟ ਵੱਧ ਤੋਂ ਵੱਧ ਆਉਣ ਜੀ, ਔਰ ਉਸ ਦੇ ਨਾਲ ਇੱਥੋਂ ਦੀਆਂ ਯੂਨੀਵਰਸਿਟੀਆਂ ਅਮੀਰ ਹੋਈਆਂ ਨੇ, ਉਸ ਦੇ ਨਾਲ ਸਕੂਲ ਅਮੀਰ ਹੋਏ ਨੇ ਜੀ।
ਸਾਡੇ ਇੱਥੋਂ ਤਾਂ ਰੁਜ਼ਗਾਰ ਨੂੰ ਬੜਾ ਮਤਲਬ ਆਰਥਿਕਤਾ ਨੂੰ ਬੜਾ ਬਲ ਮਿਲਿਆ। ਮਿਸਾਲ ਤੌਰ 'ਤੇ ਸਟੂਡੈਂਟ ਆ ਕੇ ਸੈਕਿੰਡ ਹੈਂਡ ਕਾਰਾਂ ਖਰੀਦਦੇ ਨੇ ਤੇ ਕਾਰਾਂ ਕੰਪਨੀਆਂ ਉਹਨਾਂ ਨੂੰ ਫਾਇਦਾ ਹੋਇਆ ਜੀ, ਰੈਸਟੋਰੈਂਟਾਂ ਦਾ ਬਿਜ਼ਨਸ ਵੀ ਉਹਨਾਂ ਕਰਕੇ ਚੱਲ ਰਿਹਾ। ਸੋ ਸਾਡੀ ਆਰਥਿਕਤਾ ਨੂੰ ਹਰ ਪੱਖੋਂ ਲਾਭ ਹੋਇਆ, ਘਰਾਂ ਦੇ ਕਿਰਾਏ ਵੱਧ ਗਏ। ਸੋ ਜੇ ਤੁਸੀਂ ਇੱਕ ਪਾਸੇ ਉਹਨਾਂ ਤੋਂ ਇੰਨੇ ਪੈਸੇ ਲੈ ਰਹੇ ਹੋ, ਯੂਨੀਵਰਸਿਟੀਆਂ ਅਮੀਰ ਹੋ ਰਹੀਆਂ, ਤੁਹਾਡਾ ਆਪਣਾ ਅਰਥਚਾਰਾ ਚੱਲ ਰਿਹਾ, ਤਾਂ ਫਿਰ ਇੱਕ ਜ਼ਿੰਮੇਵਾਰੀ ਬਣਦੀ ਸੀ ਕਿ ਚਲੋ ਠੀਕ ਹੈ ਉਹਨਾਂ ਨੂੰ ਪੱਕੇ ਵੀ ਕਰੀਏ। ਉਹ ਵੀ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਪਰ ਨਾਲ ਦੀ ਨਾਲ ਜਿਹੜੀਆਂ ਇੱਥੇ ਜ਼ਿਆਦਤੀਆਂ ਹੋ ਰਹੀਆਂ, ਸ਼ੋਸ਼ਣ ਹੋ ਰਿਹਾ, ਉਹਦੇ ਬਾਰੇ ਵੀ ਸਰਕਾਰ ਨੂੰ ਗੌਰ ਕਰਨਾ ਪਊਗਾ। ਫੈਡਰਲ ਸਰਕਾਰ ਦੀ ਵੱਧ ਜ਼ਿੰਮੇਵਾਰੀ ਬਣਦੀ ਕਿ ਇਸ ਪਾਸੇ ਧਿਆਨ ਦੇਵੇ, ਔਰ ਜਦੋਂ ਵੀ ਕੰਪਲੇਂਟਾਂ ਆਉਂਦੀਆਂ ਪਹਿਲ ਕਦਮੀ ਨਾਲ ਉਸ ਨੂੰ ਹੱਲ ਕੀਤਾ ਜਾਵੇ। ਕਿਉਂਕਿ ਜਿਹੜੇ ਹਾਲ ਵਿੱਚ ਜਿਹੜੀ ਸਟੂਡੈਂਟਾਂ ਦੀ ਸੁਸਾਈਡਾਂ ਹੋਈਆਂ ਉਹ ਬਹੁਤ ਚਿੰਤਾਜਨਕ ਇੱਕ ਰੁਝਾਨ, ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਰੂਰੀ ਹੈ। ਪਰ ਅਫਸੋਸ ਦੀ ਗੱਲ ਕਿ ਸਾਡੇ ਆਪਣੇ ਭਾਈਚਾਰੇ ਦੇ ਵੀ ਕੁਝ ਲੋਕ ਨੇ ਜਿਹੜੇ ਬੜੇ ਵਿਤਕਰੇ ਵਾਲੀ ਨਜ਼ਰ ਦੇ ਨਾਲ ਇਹਨਾਂ ਨੂੰ ਵੇਖਦੇ, ਜਿਹੜੇ ਨਵੇਂ ਆਏ ਸਟੂਡੈਂਟਾਂ ਨੂੰ ਜੀ, ਹਮੇਸ਼ਾ ਇੱਕੋ ਨਜ਼ਰ ਨਾਲ ਵੇਖਣਗੇ। ਠੀਕ ਹੈ, ਚੰਗੇ ਮਾੜੇ ਲੋਕ ਹਰ ਪਾਸੇ ਹੁੰਦੇ, ਪੁਰਾਣੇ ਜਿਹੜੇ ਆਏ ਹੋਏ ਉਹਨਾਂ ਵਿੱਚ ਵੀ ਮਾੜੇ ਅਨਸਰ ਨੇ ਜੀ, ਨਵੇਂ ਆਏ ਉਹਨਾਂ 'ਚ ਸਾਰੇ ਚੰਗੇ ਹੈ ਨਹੀਂ। ਪਰ ਸਿਰਫ ਉਸ ਬਿਨਾਂ 'ਤੇ ਸਾਰੇ ਹੀ ਮਤਲਬ ਜਨ ਸਮੂਹ ਨੂੰ ਇੱਕੋ ਰੰਗ ਨਾਲ ਵੇਖਣਾ, ਇਹ ਬੜੀ ਵੱਡੀ ਜ਼ਿਆਦਤੀ ਹੈ। ਅਸੀਂ ਇਹ ਸੋਚੀਏ ਕਿ ਅਸੀਂ ਜਿਹੜੇ ਪੁਰਾਣੇ ਆਏ ਹੋਏ ਹਾਂ, ਅਸੀਂ ਬਹੁਤ ਸਿਆਣੇ ਹਾਂ, ਇਹ ਜਿਹੜੇ ਸਾਰੇ ਆਏ ਬਾਹਰੋਂ ਸਾਰੇ ਬੁਰਸ਼ਾਗਰਦੀ ਕਰਦੇ, ਇਹ ਗੱਲ ਠੀਕ ਨਹੀਂ। ਜਿਹੜੇ ਕੋਈ ਗਲਤ ਕੰਮ ਕਰਦੇ ਹੋਣ ਉਹਨਾਂ ਦੀ ਨਿਸ਼ਾਨਦੇਹੀ ਕਰੋ, ਪਰ ਸਭ ਨੂੰ ਇੱਕੋ ਰੱਸੇ ਬੰਨ੍ਹ ਕੇ ਸਜ਼ਾ ਦੇਣਾ, ਇਹ ਗੱਲ ਇਨਸਾਫ ਨਹੀਂ ਹੈ। ਫੈਡਰਲ ਸਰਕਾਰ ਨੂੰ ਇਸ ਦੇ ਬਾਰੇ ਗੌਰ ਕਰਨਾ ਚਾਹੀਦਾ ਜੀ। ਇਸ ਮਾਮਲੇ ਦੇ ਵਿੱਚ ਜਿਹੜੀ ਫੈਡਰਲ ਪੱਧਰ 'ਤੇ ਆਵਾਜ਼ ਉੱਠ ਰਹੀ ਹੈ ਉਹ ਇਹ ਹੈ ਕਿ ਲਿਬਰਲ ਸਰਕਾਰ ਨੇ ਜੇ ਵਿਦਿਆਰਥੀਆਂ ਨੂੰ ਆਉਣ ਦਾ ਮੌਕਾ ਦਿੱਤਾ ਜਾਂ ਹੁਣ ਵੀ ਵੱਡੀ ਤਾਦਾਦ ਦੇ ਵਿੱਚ ਆ ਰਹੇ ਨੇ, ਜਿਹੜਾ ਕਿ ਸਵਾਗਤ ਕਰਨਾ ਬਣਦਾ, ਇੱਕ ਚੰਗੀ ਗੱਲ ਹੈ। ਉਹਨਾਂ ਨੂੰ ਸੰਭਾਲਣ ਦੇ ਵਾਸਤੇ ਪ੍ਰਬੰਧ ਵੀ ਜ਼ਰੂਰੀ ਨਹੀਂ। ਪਰ ਜਿੱਥੇ ਪਹਿਲੀ ਗੱਲ ਹੈ ਕਿ ਇਮੀਗ੍ਰੇਸ਼ਨ ਸੰਸਥਾਵਾਂ ਜਿਨ੍ਹਾਂ ਨੇ ਉਹਨਾਂ ਦੇ ਵਾਸਤੇ ਇਸ ਵੇਲੇ ਨਜਾਇਜ਼ ਪੱਧਰ 'ਤੇ ਜਾਂ ਸ਼ੋਸ਼ਣ ਕਰਦਿਆਂ ਹੋਇਆਂ ਜਾਂ ਉਹਨਾਂ ਦਾ ਵਿਤਕਰੇ ਦੀ ਨੀਤੀ ਦੇ ਅਨੁਸਾਰ ਉਹਨਾਂ ਦੇ ਨਾਲ ਧੱਕੇਸ਼ਾਹੀ ਕਰਦਿਆਂ ਹੋਇਆਂ ਜੋ ਕੁਝ ਕੀਤਾ, ਉਸ ਦੀ ਪਰਖ ਪੜਚੋਲ ਹੋਵੇ। ਚੰਗੇ ਵੀ ਇਹੋ ਜਿਹੇ ਅਦਾਰੇ ਨੇ ਜਿਨ੍ਹਾਂ ਨੇ ਸਹੀ ਢੰਗ ਦੇ ਨਾਲ ਇੱਥੇ ਵਿਦਿਆਰਥੀ ਨੂੰ ਲਿਆਉਣ ਲਈ ਉਪਰਾਲੇ ਕੀਤੇ ਨੇ, ਉਹਨਾਂ ਦਾ ਧੰਨਵਾਦ ਵੀ ਕਰਨਾ ਬਣਦਾ। ਇਸ ਤਰ੍ਹਾਂ ਵਧੀਆ ਕਾਲਜ ਵੀ ਨੇ ਜਿਨ੍ਹਾਂ ਨੇ ਉਹਨਾਂ ਵਿਦਿਆਰਥੀਆਂ ਨੂੰ ਜ਼ਾਬਤੇ 'ਚ ਰਹਿ ਕੇ ਆਪਣੇ ਕਾਰੋਬਾਰ ਦੇ ਅਨੁਸਾਰ ਵਿੱਦਿਆ ਵੀ ਦਿੱਤੀ ਹੈ ਅਤੇ ਵਿਦਿਆਰਥੀ ਹੌਲੀ ਹੌਲੀ ਪ੍ਰਫੁੱਲਤ ਹੋ ਰਹੇ ਨੇ। ਸੋ ਅਸੀਂ ਸਾਰਿਆਂ ਨੂੰ ਨਿੰਦ ਵੀ ਨਹੀਂ ਸਕਦੇ। ਮੈਂ ਵੀ ਸੋਚਦਾ ਕਿ ਜੇ ਕਾਲਜ ਨਾ ਹੁੰਦੇ ਜਾਂ ਇਮੀਗ੍ਰੇਸ਼ਨ ਸੰਸਥਾਵਾਂ ਜਿਹੜੀਆਂ ਬਿਲਕੁਲ ਨਾ ਸਰਗਰਮ ਹੁੰਦੀਆਂ ਤਾਂ ਸ਼ਾਇਦ ਕਹਾਣੀ ਕੁਝ ਹੋਰ ਹੋਣੀ ਸੀ। ਗੱਲ ਅਸਲ ਦੇਖੋ, ਦੋ ਚੀਜ਼ਾਂ ਨੋਟ ਕਰਨ ਵਾਲੀਆਂ, ਜਿਹੜੇ ਤਾਂ ਕਾਲਜ ਮਾਨਤਾ ਪ੍ਰਾਪਤ ਨੇ, ਜਿਹੜੇ ਲੁੱਟ ਰਹੇ ਆ, ਉਹਨਾਂ ਲਈ ਜ਼ਿੰਮੇਵਾਰੀ ਉਹਨਾਂ ਸਟੂਡੈਂਟਾਂ ਦੀ ਵੀ ਬਣਦੀ ਹੈ, ਉਹਨਾਂ ਮਾਪਿਆਂ ਦੀ ਜਿਹੜੇ ਇੱਥੇ ਬੱਚਿਆਂ ਨੂੰ ਭੇਜ ਰਹੇ। ਬਿਲਕੁਲ ਖੁੱਲ੍ਹੀਆਂ ਅੱਖਾਂ ਨਾਲ ਵੇਖੋ ਵੀ ਉਹ ਜਿਹੜੀਆਂ ਯੂਨੀਵਰਸਿਟੀਆਂ ਜਾਂ ਕਾਲਜ ਨੇ ਕੀ ਵਾਕਈ ਮਾਨਤਾ ਪ੍ਰਾਪਤ ਨੇ ਜਾਂ ਨਹੀਂ। ਹਾਂ, ਜੇ ਮਾਨਤਾ ਪ੍ਰਾਪਤ ਨਹੀਂ ਫਿਰ ਤੁਸੀਂ ਕਿਹੜੀ ਗੱਲੋਂ ਬਾਹਰ ਭੇਜ ਰਹੇ ਹੋ? ਹੁਣ ਜਿਵੇਂ UBC ਹੈ, ਯੂਨੀਵਰਸਿਟੀ ਆਫ ਵਿਕਟੋਰੀਆ, ਜਿਹੜੀਆਂ ਸਥਾਪਿਤ ਯੂਨੀਵਰਸਿਟੀਆਂ ਨੇ ਜੀ, ਉਹਦੇ ਵਿੱਚ ਆਉਣਾ ਹੋਰ ਚੀਜ਼ ਆ। ਜਿਹੜੇ ਐਵੇਂ ਹੀ ਗਾਏ ਬਗਾਏ ਕਾਲਜ ਖੁੱਲ੍ਹੇ ਹੋਏ ਜਿਹਦਾ ਕੋਈ ਮਤਲਬ ਹੈ ਨਹੀਂਗਾ, ਉੱਥੇ ਭੇਜਣਾ ਤਾਂ ਜ਼ਿੰਮੇਵਾਰੀ ਤੁਹਾਡੀ ਆਪਣੀ ਹੈ। ਖੁੱਲ੍ਹੀ ਅੱਖਾਂ ਨਾਲ ਗਏ ਉੱਥੇ, ਵਿੱਦਿਆ ਤੁਹਾਨੂੰ ਕੋਈ ਵੀ ਦੇ ਦੂਗਾ, ਪਰ ਕੀ ਉਹ ਮਾਨਤਾ ਉਹਦੇ ਕੋਲ ਹੈ? ਕੀ ਉਹ ਤੁਹਾਨੂੰ ਬਾਅਦ 'ਚ ਰੁਜ਼ਗਾਰ ਦਵਾ ਸਕਦੇ ਨੇ? ਜਿਹੜੇ ਸਥਾਪਿਤ ਅਦਾਰੇ ਨੇ ਉਹ ਤੁਹਾਨੂੰ ਰੁਜ਼ਗਾਰ ਵੀ ਦਵਾ ਸਕਦੇ, ਔਰ ਉਹਨਾਂ ਦੀ ਆਪਣੀਆਂ ਕੁਝ ਨੀਤੀਆਂ ਨੇ। ਦੂਜੀ ਗੱਲ, ਜਿਹੜੇ ਸਥਾਪਿਤ ਅਦਾਰੇ ਨੇ ਉਹ ਅਮੀਰ ਹੋਏ ਨੇ ਇਹਨਾਂ ਸਟੂਡੈਂਟਾਂ ਕਰਕੇ, ਕਿਉਂਕਿ ਫੀਸ ਉਹਨਾਂ ਤੋਂ ਇੱਥੋਂ ਦੇ ਸਟੂਡੈਂਟਾਂ ਨਾਲੋਂ ਵੱਧ ਲਈ ਜਾ ਰਹੀ ਹੈ। ਯੂਨੀਵਰਸਿਟੀ ਦੇ ਅਧਿਕਾਰੀ ਮੰਨਦੇ ਨੇ ਇਸ ਗੱਲ ਨੂੰ ਕਿ ਇਹਨਾਂ ਦੇ ਕਰਕੇ ਸਾਡੀਆਂ ਯੂਨੀਵਰਸਿਟੀਆਂ ਕੋਲ ਅੱਜ ਇੰਨਾ ਪੈਸਾ ਹੈ ਕਿ ਅਸੀਂ ਜਿਹੜਾ ਨਿਰਵਿਘਨ ਸਿੱਖਿਆ ਪ੍ਰਦਾਨ ਕਰ ਸਕੀਏ। ਸੋ ਇਹ ਜਿਹੜੇ ਸਟੂਡੈਂਟ ਬਾਹਰੋਂ ਆ ਰਹੇ ਆ, ਇਹ ਸਾਡੇ ਇੱਥੋਂ ਦੇ ਸਟੂਡੈਂਟਾਂ ਨੂੰ ਉਹਨਾਂ ਦੀ ਐਜੂਕੇਸ਼ਨ ਨੂੰ ਸਬਸਿਡਾਈਜ਼ ਕਰ ਰਹੇ, ਯਾਨੀ ਕਿ ਸਾਡਾ ਭਾਰ ਘਟਾ ਕੇ ਤੇ ਉਹਨਾਂ ਸਟੂਡੈਂਟਾਂ ਦਾ ਤੇ ਆਪਣੇ ਤੇ ਚੁੱਕ ਰਹੇ। ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਕਈ ਲੋਕਾਂ ਨੇ ਭੁਲੇਖਾ ਹੈ ਕਿ ਬਾਹਰੋਂ ਆ ਰਹੇ ਵਿਦਿਆਰਥੀ ਸਾਡੇ ਬੱਚਿਆਂ ਦੀਆਂ ਸੀਟਾਂ ਖੋਹ ਰਹੇ ਨੇ, ਉਹਨਾਂ ਦੇ ਆਪਣੇ ਭਵਿੱਖ 'ਤੇ ਲੱਤ ਮਾਰ ਰਹੇ ਨੇ। ਗੱਲਾਂ ਬਿਲਕੁਲ ਗਲਤ ਨੇ, ਨਿਰਧਾਰ ਗੱਲਾਂ ਨੇ ਬੜੀਆਂ। ਉਲਟਾ ਜਿਹੜੇ ਬਾਹਰੋਂ ਆ ਰਹੇ ਨੇ ਪੈਸਾ ਵਾਧੇ ਰਹੇ, ਯੂਨੀਵਰਸਿਟੀਆਂ ਅਮੀਰ ਹੋ ਰਹੀਆਂ, ਅਮੀਰ ਹੋਣ ਕਰਕੇ ਉਹ ਤੁਹਾਡੇ ਇੱਥੋਂ ਦੇ ਬੱਚਿਆਂ ਨੂੰ ਨਿਰਵਿਘਨ ਪੜ੍ਹਾਈ ਲਿਖਾਈ ਪ੍ਰਦਾਨ ਕਰਨ ਦੀ ਹਾਲਤ ਵਿੱਚ ਨੇ। ਜਿਹੜੇ ਮਾਨਤਾ ਪ੍ਰਾਪਤ ਅਦਾਰੇ ਨਹੀਂ, ਉਹਨਾਂ ਦੇ ਨੰਬਰ ਸਰਕਾਰ ਵੱਲੋਂ ਕੱਸੇ ਜਾਣੇ ਚਾਹੀਦੇ ਲਾਜ਼ਮੀ ਤੌਰ 'ਤੇ। ਸਰਕਾਰ ਨੂੰ ਸਪਸ਼ਟ ਕਹਿ ਦੇਣਾ ਚਾਹੀਦਾ ਕਿ ਆਹ ਯੂਨੀਵਰਸਿਟੀਆਂ ਦਾਖਲਾ ਮਿਲਦਾ ਤੇ ਆਓ, ਬਾਕੀਆਂ ਦੀ ਅਸੀਂ ਗਰੰਟੀ ਨਹੀਂ ਦੇ ਸਕਦੇ। ਤੇ ਜਿਹੜਾ ਭੁਲੇਖਾ ਉੱਥੇ ਪਿਆ ਤਾਂ ਹੀ ਟੁੱਟੂਗਾ। ਤੇ ਜਿਹੜੇ ਉੱਥੋਂ ਆ ਰਹੇ ਉਹਨਾਂ ਨੂੰ ਵੀ ਰਿਸਰਚ ਕਰ ਲੈਣੀ ਚਾਹੀਦੀ ਪਹਿਲਾਂ। ਸਿਰਫ ਇਸ ਕਰਕੇ ਕਿ ਬਾਹਰ ਜਾ ਕੇ ਵਸਣਾ, ਅਸੀਂ ਸਿਰਫ ਇਸੀ ਨੂੰ ਮੁੱਖ ਨਿਸ਼ਾਨਾ ਬਣਾ ਕੇ ਸਟੂਡੈਂਟ ਹੋਣ ਦਾ ਦਾਖਲਾ ਲੈ ਕੇ ਆ ਜਾਓ, ਉਹਦੇ 'ਚ ਤੁਹਾਡਾ ਆਪਣਾ ਨੁਕਸਾਨ ਹੋ ਰਿਹਾ। ਉਹਦੇ ਲਈ ਤੁਹਾਨੂੰ ਖੁੱਲ੍ਹੀਆਂ ਅੱਖਾਂ ਨਾਲ ਰਿਸਰਚ ਕਰਨੀ ਚਾਹੀਦੀ ਪਹਿਲਾਂ ਆਉਣ ਤੋਂ ਪਹਿਲਾਂ, ਕਿ ਵਾਕਈ ਜਿਹੜੇ ਕਾਲਜ 'ਚ ਮੈਂ ਦਾਖਲਾ ਲੈਣਾ ਆ ਕੀ ਉਹ ਮਾਨਤਾ ਪ੍ਰਾਪਤ ਹੈ ਜਾਂ ਨਹੀਂ ਹੈ, ਕੀ ਉਹਦੇ 'ਚ ਪੜ੍ਹਾਈ ਲਿਖਾਈ ਕਰਨ ਦਾ ਮੈਨੂੰ ਕੋਈ ਫਾਇਦਾ ਹੋਊਗਾ ਜਾਂ ਨਹੀਂ ਹੋਊਗਾ। ਇਹ ਜ਼ਿੰਮੇਵਾਰੀ ਤੁਹਾਡੀ ਵੀ ਉਨੀ ਬਣਦੀ ਹੈ ਜਿੰਨੀ ਕਿ ਸਰਕਾਰਾਂ ਦੀ ਬਣਦੀ ਹੈ। ਇਹ ਗੱਲ ਅੱਜ ਜਿਵੇਂ ਤੁਸੀਂ ਵਿਸਤਾਰ 'ਚ ਦੱਸੀ ਹੈ, ਇਹ ਉਸ ਭੁਲੇਖੇ ਨੂੰ ਵੀ ਦੂਰ ਕਰਦੀ ਹੈ, ਕਿਉਂਕਿ ਅਕਸਰ ਇਹ ਕਿਹਾ ਜਾਂਦਾ ਜਿਵੇਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਜਿੱਥੇ ਕੈਨੇਡਾ ਦੇ ਜੰਪਲ ਸਾਡੇ ਬੱਚਿਆਂ ਨੇ ਜਾਣਾ ਹੁੰਦਾ ਹੈ, ਉੱਥੇ ਇਹ ਸਵਾਲ ਖੜਾ ਹੁੰਦਾ ਹੈ ਕਿ ਇੰਨੀਆਂ ਕੁ ਸੀਟਾਂ ਇਹ ਕੁੱਲ ਮਿਲਾ ਕੇ ਨੇ,
ਇਹ ਬਾਹਰੋਂ ਆਏ ਵਿਦਿਆਰਥੀ ਜਿਨ੍ਹਾਂ ਤੋਂ ਦੁੱਗਣੀਆਂ ਤਿੱਗਣੀਆਂ ਫੀਸਾਂ ਲੈ ਕੇ ਉਹਨਾਂ ਨੂੰ ਸੀਟਾਂ ਦੇ ਦਿੱਤੀਆਂ ਜਾਂਦੀਆਂ। ਇੱਥੋਂ ਦੇ ਜੰਪਲ ਵਿਦਿਆਰਥੀਆਂ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦਾ ਕਈ ਪ੍ਰਚਾਰ ਜਾਂ ਕਈ ਤਰ੍ਹਾਂ ਦਾ ਪ੍ਰਾਪੋਗੰਡਾ ਚੱਲਦਾ ਹੈ ਕਿ ਹੁਣ ਤੁਹਾਡੇ ਭਵਿੱਖ ਦਾ ਕੀ ਬਣੇਗਾ, ਖਤਰਾ ਤੁਹਾਡੇ ਭਵਿੱਖ ਲਈ, ਤੁਸੀਂ ਕਿੱਥੇ ਜਾਓਗੇ। ਹੁਣ ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਇਹ ਜਿਹੜੇ ਵਿਦਿਆਰਥੀ ਆ ਰਹੇ ਨੇ ਉਹਨਾਂ ਦੇ ਨਾਲ ਯੂਨੀਵਰਸਿਟੀਆਂ ਦਾ ਆਰਥਿਕ ਪੱਧਰ ਉੱਪਰ ਹੋ ਰਿਹਾ ਹੈ, ਬਲ ਮਿਲ ਰਿਹਾ, ਹੁੰਗਾਰਾ ਮਿਲ ਰਿਹਾ। ਪਰ ਇੱਥੇ ਫਰਜ਼ ਵੀ ਬਣਦਾ ਯੂਨੀਵਰਸਿਟੀਆਂ ਦਾ, ਜੇ ਤੁਸੀਂ ਸਾਰੀਆਂ ਸੀਟਾਂ ਬਾਹਰੋਂ ਆਏ ਵਿਦਿਆਰਥੀਆਂ ਨੂੰ ਵੇਚ ਰਹੇ ਹੋ ਤਾਂ ਇਹਨਾਂ ਸੀਟਾਂ ਦੇ ਨਾਲ ਪੈਸੇ ਜਿਹੜੇ ਮਿਲ ਰਹੇ ਨੇ ਇੱਥੋਂ ਦੇ ਵਿਦਿਆਰਥੀਆਂ ਲਈ ਵਧਾਓ ਸੀਟਾਂ, ਉਹਨਾਂ ਲਈ ਵੀ ਇਸ ਤਰ੍ਹਾਂ ਦਾ ਮਾਹੌਲ ਬਣਾਓ ਕਿ ਤੁਹਾਡੇ ਲਈ ਜ਼ਰੂਰ ਸੀਟਾਂ ਤੁਹਾਨੂੰ ਮਿਲਣਗੀਆਂ। ਉਹਨਾਂ ਦੇ ਅੰਦਰ ਇੱਕ ਰੋਸ ਨਾ ਪੈਦਾ ਹੋਵੇ, ਕਿਉਂਕਿ ਨਵੇਂ ਆ ਰਹੇ ਬਾਹਰੋਂ ਵਿਦਿਆਰਥੀ ਤੇ ਇੱਥੋਂ ਦੇ ਜੰਪਲ ਬੱਚੇ, ਉਹਨਾਂ ਦੇ ਅੰਦਰ ਇੱਕ ਤਰ੍ਹਾਂ ਦਾ ਆਪਸੀ ਟਕਰਾਓ ਵਾਲਾ ਮਾਹੌਲ ਨਾ ਬਣੇ, ਜਾਂ ਕਿਸੇ ਨਾ ਕਿਸੇ ਪੱਧਰ ਤੇ ਇਹੋ ਜਿਹਾ ਜਿਹੜਾ ਪ੍ਰਾਪੋਗੰਡਾ ਜਿਹੜਾ ਚਾਲੂ ਨਾ ਰਵੇ ਕਿ ਦੇਖੋ ਜੀ ਬਾਹਰਲੇ ਵਿਦਿਆਰਥੀਆਂ ਨੇ ਕਬਜ਼ਾ ਕਰ ਲਿਆ, ਹੁਣ ਇੱਥੋਂ ਦੇ ਜੰਪਲ ਬੱਚੇ ਕਿੱਧਰ ਜਾਣਗੇ। ਇਹਨੂੰ ਸਪਸ਼ਟ ਕਰਨਾ ਬੜਾ ਜ਼ਰੂਰੀ ਹੈ। ਤੇ ਜਿਹੜੀਆਂ ਯੂਨੀਵਰਸਿਟੀਆਂ ਵੱਧ ਤੋਂ ਵੱਧ ਪੈਸੇ ਕਮਾ ਰਹੀਆਂ ਨੇ ਜਾਂ ਸੰਸਥਾਵਾਂ ਜਿਹੜੀਆਂ ਜਿਨ੍ਹਾਂ ਨੂੰ ਬਾਹਰੋਂ ਆਏ ਵਿਦਿਆਰਥੀਆਂ ਤੋਂ ਇੰਨਾ ਵੱਡਾ ਜਿਹੜਾ ਆਰਥਿਕ ਫਾਇਦਾ ਹੋ ਰਿਹਾ, ਉਹਨਾਂ ਦਾ ਫਰਜ਼ ਹੈ ਕਿ ਸੀਟਾਂ ਨੂੰ ਹੁਣ ਉਸ ਪ੍ਰਤੀਸ਼ਤ ਦੇ ਮੁਤਾਬਕ ਵਧਾਉਣ ਤਾਂ ਕਿ ਇੱਥੇ ਦੇ ਬੱਚਿਆਂ ਨੂੰ ਮੌਕਾ ਮਿਲੇ, ਤਾਂ ਕਿ ਇੱਕ ਰਿਸ਼ਤਾ ਜਿਹੜਾ ਸਾਂਝਾ ਬਣੇ। ਇਹ ਬਹੁਤ ਵੱਡਾ ਇੱਕ ਸੰਕਟ ਹੈ। ਆਮ ਘਰਾਂ ਦੇ ਵਿੱਚ ਇਸ ਚਰਚਾ ਚੱਲਦੀ ਹੈ, ਬੱਚਿਆਂ ਦੇ ਅੰਦਰ ਜਿਹੜੀ ਸੂਝਵਾਨ ਮਾਪੇ ਨੇ ਉਹ ਤਾਂ ਉਹਨਾਂ ਦਾ ਭੁਲੇਖਾ ਦੂਰ ਕਰ ਦਿੰਦੇ ਨੇ, ਪਰ ਜ਼ਿਆਦਾਤਰ ਮਾਪੇ ਬਨਾਮ ਬੱਚੇ ਇਸ ਗੱਲ ਤੋਂ ਫਿਕਰਮੰਦ ਹੋ ਜਾਂਦੇ ਨੇ ਤੇ ਕਸ਼ੀਦਗੀ ਦਾ ਮਾਹੌਲ ਬਣਦਾ ਜਾ ਰਿਹਾ। ਦੇਖੋ ਜੋ ਮੀਡੀਆ ਪਰੋਸ ਰਿਹਾ ਉਹਨਾਂ ਨੇ ਉਹੀ ਸੁਣਨਾ। ਹਾਂ, ਕੰਨ ਰਸ ਲੋਕਾਂ ਨੂੰ ਹੋਇਆ ਇਧਰੋਂ ਸੁਣ ਲਈ ਉਧਰੋਂ ਸੁਣ ਲਈ, ਉਹੀ ਗੱਲਾਂ ਆਪਸ ਵਿੱਚ ਪ੍ਰਚਾਰ ਲਈਆਂ, ਫੈਕਟਸ ਜਾਣਨ ਦੀ ਕੋਈ ਕੋਸ਼ਿਸ਼ ਨਹੀਂ ਕਰਦਾ। ਯੂਨੀਵਰਸਿਟੀ ਦੇ ਅਧਿਕਾਰੀ ਖੁਦ ਸਪਸ਼ਟ ਕਰ ਚੁੱਕੇ ਅੱਡੀਆਂ ਚੁੱਕ ਕੇ ਕਿ ਬਾਹਰੋਂ ਆ ਰਹੇ ਸਟੂਡੈਂਟ ਸਾਡੇ ਤੇ ਭਾਰ ਨਹੀਂ ਗੇ, ਉਹ ਸਾਨੂੰ ਵੱਧ ਫੀਸ ਦੇ ਰਹੇ। ਜੇ ਉਹ ਇੱਥੇ ਰਹਿੰਦੇ ਹੁੰਦੇ ਉਹਨਾਂ ਨੂੰ ਫੀਸ ਘੱਟ ਦੇਣੀ ਪੈਣੀ ਸੀ, ਉਹ ਵੱਧ ਫੀਸ ਦੇ ਰਹੇ ਤਾਂ ਉਸ ਫੀਸ ਦਾ ਫਾਇਦਾ ਵਿਦਿਅਕ ਅਦਾਰਿਆਂ ਨੂੰ ਹੋ ਰਿਹਾ। ਵਿਦਿਅਕ ਅਦਾਰਾ ਇਸ ਹਾਲਤ ਵਿੱਚ ਹੈ ਕਿ ਹੋਰ ਸੇਵਾਵਾਂ ਪ੍ਰਦਾਨ ਕਰ ਸਕੇ। ਉਹ ਕਿਸ ਰੂਪ 'ਚ ਕਰੇ, ਸੀਟਾਂ ਵਧਾ ਕੇ ਕਰੇ, ਇਹ ਤਾਂ ਵਕਤ ਦੀ ਗੱਲ ਹੋਊਗੀ ਕਿ ਕਿਸ ਵੇਲੇ ਕਿਸ ਚੀਜ਼ ਦੀ ਲੋੜ ਹੈ। ਪਰ ਇੱਦਾਂ ਨਹੀਂ ਹੋ ਰਿਹਾ ਕਿ ਉਹਨਾਂ ਦੇ ਆਉਣ ਕਰਕੇ ਸੀਟਾਂ ਘੱਟ ਗਈਆਂ ਜਾਂ ਇੱਥੋਂ ਦਾਖਲਾ ਨਹੀਂ ਮਿਲ ਰਿਹਾ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਆਉਣਾ ਇੱਥੇ ਉਹ ਕਿਸੇ ਰੂਪ 'ਚ ਵੀ ਉਸਨੂੰ ਖਤਰਨਾਕ ਨਹੀਂ ਕਹਿ ਸਕਦੇ ਆਪਾਂ। ਉਹਦਾ ਫਾਇਦਾ ਯੂਨੀਵਰਸਿਟੀਆਂ ਨੂੰ ਹੋ ਰਿਹਾ। ਹੁਣ ਅਗਲੀ ਗੱਲ ਹੈ ਕਿ ਜਿਹੜਾ ਪ੍ਰਚਾਰ ਜਿਸ ਕਿਸਮ ਦਾ ਹੋ ਰਿਹਾ ਉਹਦੇ 'ਚ ਮੇਰੀ ਫਿਕਰਮੰਦੀ ਇਹ ਹੈ ਕਿ ਜਿਹੜੀ ਸੱਜੇ ਪੱਖੀ ਪਾਰਟੀਆਂ ਨੇ ਜਿਹੜੀ ਖਾਸ ਤੌਰ 'ਤੇ ਚਾਹੁੰਦੀਆਂ ਕਿ ਇਮੀਗ੍ਰੇਸ਼ਨ ਬੰਦ ਹੋਵੇ ਜਾਂ ਇਮੀਗ੍ਰੇਸ਼ਨ ਖਾਸ ਖਿੱਤੇ ਦੇ ਲੋਕਾਂ ਦੀ ਕੀਤੀ ਜਾਵੇ, ਉਹਨਾਂ ਨੇ ਹੁਣ ਚਲਾਕੀ ਕੀ ਵਰਤਣੀ ਸ਼ੁਰੂ ਕਰਤੀ ਕਿ ਜਦੋਂ ਸਾਡੇ ਭਾਈਚਾਰੇ 'ਚ ਗੱਲਾਂ ਉੱਠਣੀਆਂ ਸ਼ੁਰੂ ਹੋ ਗਈਆਂ, ਉਹਨਾਂ ਨੇ ਆਪਣੇ ਵਿਚਾਰਾਂ ਵਾਲੇ ਲੋਕ ਸਾਡੇ ਭਾਈਚਾਰੇ 'ਚ ਵੀ ਗਣਨੇ ਸ਼ੁਰੂ ਕਰ ਦਿੱਤੇ। ਫਾਇਦਾ ਉਹਨਾਂ ਨੂੰ ਇਹ ਹੋ ਗਿਆ ਕਿ ਦੋ ਗੱਲਾਂ ਹੋ ਗਈਆਂ। ਇੱਕ ਤਾਂ ਇਮੀਗ੍ਰੈਂਟਾਂ ਦੇ ਖਿਲਾਫ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਆਪਣਾ ਕੰਮ ਕਰੀ ਚੱਲੋ, ਔਰ ਤੁਹਾਡੇ ਤੇ ਇਹ ਦੋਸ਼ ਹੀ ਲੱਗੂਗਾ ਤੁਸੀਂ ਜ਼ਹਿਰ ਉਗਲ ਰਹੇ ਹੋ ਕਿ ਤੁਹਾਡੇ ਨਾਲ ਦੇਸੀ ਵੀ ਨਾਲ ਖੜੇ ਆ, ਜਿਹੜੇ ਇਸ ਗੱਲੋਂ ਫਿਕਰਮੰਦ ਨੇ ਕਿ ਦੇਸੀ ਭਾਈਚਾਰੇ ਦੇ ਬੱਚੇ ਜਿਹੜੇ ਆ ਰਹੇ ਆ ਉਹ ਸਾਡੇ ਬੱਚਿਆਂ ਦੇ ਭਵਿੱਖ ਲਈ ਖਤਰਾ ਨੇ। ਦੂਜਾ ਉਹਨਾਂ ਨੂੰ ਇੱਕ ਸਪੋਰਟ ਮਿਲ ਗਈ ਵਿਦਨ ਕਮਿਊਨਿਟੀ। ਸੋ ਉਹਨਾਂ ਦੇ ਉੱਤੇ ਇਹ ਜਿਹੜਾ ਇਲਜ਼ਾਮ ਹੈ ਉਹ ਆਪਣੇ ਆਪ ਧੁੰਦਲਾ ਹੋ ਜਾਊਗਾ, ਘੱਟ ਜਾਊਗਾ ਕਿ ਅਸੀਂ ਸਿਰਫ ਚਿੱਟੀ ਨਸਲ ਦੇ ਲੋਕਾਂ ਦੇ ਵਿੱਚ ਬੇਚੈਨੀ ਪੈਦਾ ਕਰ ਰਹੇ ਹਾਂ। ਏਜੰਡਾ ਉਹੀ ਹੈ, ਏਜੰਡਾ ਉਹੀ ਹੈ ਇਮੀਗ੍ਰੈਂਟਾਂ ਦੇ ਖਿਲਾਫ। ਬਿਲਕੁਲ। ਪਰ ਤੁਹਾਨੂੰ ਹੁਣ ਉਹਨਾਂ ਦੇ ਆਪਣੇ ਕੰਮ ਨੂੰ ਸੌਖਾ ਕਰਨ ਲਈ ਤੁਹਾਨੂੰ ਦੇਸੀ ਭਾਈਚਾਰੇ 'ਚੋਂ ਇੱਕ ਮਦਦ ਮਿਲ ਗਈ। ਇਸ ਗੱਲ ਨੂੰ ਕਿਵੇਂ ਦੋ ਧਾਰੀ ਤਲਵਾਰ ਬਣਾ ਕੇ ਇਸਤੇਮਾਲ ਕੀਤਾ ਜਾ ਰਿਹਾ, ਇਹਦੇ ਲਈ ਸਾਡੇ ਭਾਈਚਾਰਕ ਲੀਡਰ ਨੇ ਉਹਨਾਂ ਨੂੰ ਸਿਰ ਜੋੜ ਕੇ ਬਹਿ ਕੇ ਸਹੀ ਵਿਆਖਿਆ ਲੋਕਾਂ ਦੇ ਸਾਹਮਣੇ ਰੱਖਣੀ ਪਊਗੀ ਕਿ ਕੌਣ ਨੇ ਜਿਹੜੀਆਂ ਗੱਲਾਂ ਉਠਾ ਰਹੇ ਨੇ, ਕੌਣ ਨੇ ਜਿਹੜੇ ਇਸ ਦੇ ਪਿੱਛੇ ਸ਼ਾਮਲ ਨੇ। ਅੱਜ ਵੀ ਇੱਥੇ ਕੈਨੇਡਾ 'ਚ ਇੱਕ ਵੱਡਾ ਹਿੱਸਾ ਜਿਹੜਾ ਮਹਿਸੂਸ ਕਰਦਾ ਕਿ ਯੂਰਪੀ ਲੋਕਾਂ ਨੂੰ ਤਰਜੀਹ ਦਿਓ, ਔਰ ਜੇ ਤੁਸੀਂ ਕੁੱਲ ਮਿਲਾ ਕੇ ਵੇਖੋ ਆਂਕੜਾ ਕੱਢ ਕੇ ਤੁਹਾਨੂੰ ਜਾਣਕਾਰੀ ਪੱਕਾ ਮਿਲੂਗੀ ਕਿ ਬਹੁਤੇ ਯੂਰਪੀ ਲੋਕਾਂ ਦੀ ਜਿਹੜੀ ਹੈ ਇੱਥੇ ਆਵਾਜਾਈ ਸੌਖੀ ਹੈ ਤੇ ਸੁਖਾਲੀ ਹੈ। ਪੈਨਸ਼ਨ ਦੇ ਮਾਮਲੇ 'ਚ ਵੇਖ ਲਓ, ਪੈਨਸ਼ਨ ਉਹਨਾਂ ਨੂੰ ਆਉਂਦੇ ਸਾਰ ਲੱਗ ਜਾਂਦੀ ਬਜ਼ੁਰਗਾਂ ਨੂੰ, ਸਾਡੇ ਬਜ਼ੁਰਗਾਂ ਨੂੰ ਕਿੰਨੇ ਸਾਲ ਵੇਟ ਕਰਨੀ ਪੈਂਦੀ ਹੈ। ਕਈ ਸਾਡੇ ਭਾਈਚਾਰੇ ਦੇ ਲੋਕ ਇਸ ਗੱਲ ਲਈ ਵੀ ਸਹਿਮਤ ਹੈ ਨਹੀਂਗੇ। ਸੋ ਇਹ ਜਿਹੜੀਆਂ ਗੱਲਾਂ ਨੇ ਕਿਵੇਂ ਸੱਜੇ ਪੱਖੀਆਂ ਦੇ ਹੱਕ 'ਚ ਭੁਗਤ ਰਹੀਆਂ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਅੱਜ ਉਹਨਾਂ ਨੂੰ ਬਣੀ ਬਣਾਈ ਇੱਕ ਸਪੋਰਟ ਮਿਲ ਗਈ ਹੈ ਦੇਸੀ ਭਾਈਚਾਰੇ 'ਚ, ਜਿਨ੍ਹਾਂ ਵਿੱਚ ਇਹ ਬੇਚੈਨੀ ਪਸਰੀ ਹੋਈ ਹੈ, ਜਿਹਦਾ ਕੋਈ ਆਧਾਰ ਨਹੀਂਗਾ। ਕਿਉਂਕਿ ਯੂਨੀਵਰਸਿਟੀਆਂ ਤੁਹਾਡੀਆਂ ਤਕੜੀਆਂ ਹੋ ਰਹੀਆਂ, ਭਵਿੱਖ ਤੁਹਾਡੇ ਬੱਚਿਆਂ ਦਾ ਹੀ ਮਤਲਬ ਇਹਦੇ 'ਚੋਂ ਬਹੁਤ ਸੁਨਹਿਰੀ ਹੈ। ਸੋ ਇਹ ਜਿਹੜੀਆਂ ਗੱਲਾਂ ਨੇ ਫੈਕਟਸ ਨੂੰ ਚੈੱਕ ਕਰਕੇ ਹੀ ਕੀਤੀਆਂ ਜਾਣ, ਬਜਾਏ ਇਹਦੇ ਕਿ ਏਕੜ ਦੁੱਕੜ ਪਾਸਿਓਂ ਗੱਲਾਂ ਸੁਣ ਕੇ ਤੇ ਅਸੀਂ ਕੋਈ ਧਾਰਨਾ ਬਣਾ ਲਈਏ। ਬਿਲਕੁਲ ਜੀ। ਜਿਹੜੇ ਬਜ਼ੁਰਗ ਜਾਂ ਪਰਿਵਾਰ ਜਿਹੜੇ ਯੂਰਪ 'ਚੋਂ ਆਉਂਦੇ ਨੇ ਜਾਂ ਭਾਰਤ ਦੇ ਵਿੱਚ ਆਉਂਦੇ ਨੇ, ਆਹ ਜਿਹੜੀ ਗੱਲ ਹੈ ਇਹ ਉਹਨਾਂ ਨੂੰ ਪੈਨਸ਼ਨ ਲੱਗਣੀ, ਉਮਰ ਦੇ ਮੁਤਾਬਕ ਉਹਨਾਂ ਦੀ ਸਾਰੀ ਜਾਣਕਾਰੀ ਲੈਣੀ, ਇਹਦੇ ਵਿੱਚ ਜਿਹੜਾ ਫਰਕ ਹੈ ਇਸ ਬਾਰੇ ਵੀ ਇੱਕ ਗੌਰ ਕਰਨ ਵਾਲੀ ਗੱਲ ਹੈ। ਅਤੇ ਇਹ ਘਟਨਾ 2004-05 ਦੀ ਹੈ। ਹਰਬੰਸ ਸਿੰਘ ਪੌਰ ਨਾਂ ਦੇ ਇੱਕ ਸ਼ਖਸੀਅਤ ਬਜ਼ੁਰਗ ਸਨ, ਉਹ ਬੜੀ ਮਿਹਨਤ ਕਰਦੇ ਸਨ। ਇੱਕ ਵਾਰ ਅਸੀਂ ਬੇਰ ਕ੍ਰੀਕ ਪਾਰਕ ਦੇ ਵਿੱਚ ਕੁਝ ਬਜ਼ੁਰਗਾਂ ਕੋਲ ਪਟੀਸ਼ਨਾਂ ਲੈ ਕੇ ਗਏ ਅਤੇ ਕਿਹਾ ਕਿ ਆਓ
ਆਪਾਂ ਇਹ ਗੱਲ ਕਰੀਏ ਕਿ ਜਿਵੇਂ ਯੂਰਪ ਦੇ ਬਜ਼ੁਰਗ ਨੇ, ਉਹਨਾਂ ਨੂੰ ਜੇ ਆਉਂਦੇ ਸਾਰ ਉਹਨਾਂ ਦੀ ਉਮਰ ਦੇ ਮੁਤਾਬਕ ਇੰਨੇ ਵਰ੍ਹਿਆਂ 'ਚ ਪੈਨਸ਼ਨ ਲੱਗ ਜਾਂਦੀ ਹੈ, ਤਾਂ ਫਿਰ ਸਾਡੇ ਭਾਈਚਾਰੇ ਜਾਂ ਭਾਰਤ ਤੋਂ, ਏਸ਼ੀਆ ਤੋਂ ਆਏ ਬਜ਼ੁਰਗਾਂ ਨਾਲ ਇਸ ਤਰ੍ਹਾਂ ਕਿਉਂ ਨਹੀਂ? ਤਾਂ ਉਹ ਕਹਿਣ ਲੱਗੇ ਤੁਸੀਂ ਜਿਹੜਾ ਇਹ ਸਾਈਨ ਕਰਾ ਰਹੇ ਹੋ, ਅਸੀਂ ਇਹਦੇ 'ਤੇ ਦਸਤਖਤ ਨਹੀਂ ਕਰਨੇ। ਉਹਨਾਂ ਨੂੰ ਪੁੱਛਿਆ ਕਾਰਨ ਕੀ ਹੈ? ਕਾਰਨ ਉਹਨਾਂ ਨੇ ਜੋ ਦੱਸਿਆ, ਕਮਾਲ ਦੀ ਗੱਲ ਸੀ ਕਿ ਇੱਥੋਂ ਪਤਾ ਲੱਗਦਾ ਸਾਡੀ ਮਾਨਸਿਕਤਾ ਦਾ। ਕਹਿੰਦੇ ਇਹ 2-2, 3-3 ਸਾਲ ਦੇ ਹੁਣ ਆ ਕੇ ਹੁਣੇ ਪੈਨਸ਼ਨਾਂ ਲੈ ਲੈਣਗੇ। ਜਿਹੜੇ ਗੋਡੇ ਅਸੀਂ ਰਗੜੇ ਆ, ਜਿਹੜੇ ਮੁਸ਼ਕਲਾਂ 'ਚੋਂ ਅਸੀਂ ਲੰਘੇ ਆ, ਸਾਨੂੰ ਵੀ 10-10 ਸਾਲ ਕੱਟਣੇ ਪਏ ਆ, ਇਹਨਾਂ ਨੂੰ ਵੀ ਕੱਟਣ ਦਿਓ, ਇਹਨਾਂ ਨੂੰ ਸੌਖਿਆਂ ਪੈਨਸ਼ਨ ਕਿਉਂ ਮਿਲ ਜਾਏ? ਉਹਨਾਂ ਨੂੰ ਸਮਝਾਇਆ ਕਿ ਜੇ ਇਹੀ ਸੋਚ ਸਾਡੇ ਗਦਰੀ ਬਾਬਿਆਂ ਦੀ ਹੁੰਦੀ, ਉਹ ਆਪਣਾ ਘਰ-ਬਾਰ ਕਿਉਂ ਉਜਾੜਦੇ? ਉਹਨਾਂ ਨੇ ਇੱਥੇ ਆ ਕੇ ਸਾਰਾ ਕੁਝ ਤਿਆਗ ਕੇ ਸਾਡੇ ਵਾਸਤੇ ਏਡੀ ਕੁਰਬਾਨੀ ਦਿੱਤੀ, ਅਤੇ ਅਸੀਂ ਇੰਨੇ ਕਿਰਤਕਣ ਜਾਂ ਖੁਦਗਰਜ਼ ਹਾਂ। ਪਰ ਇਹੋ ਜਿਹੇ ਲੋਕ ਭਾਈਚਾਰਿਆਂ ਦੇ ਵਿੱਚ ਹਮੇਸ਼ਾ ਹੁੰਦੇ ਨੇ। ਸਾਨੂੰ ਚੰਗਾ ਪ੍ਰਚਾਰ ਕਰਨ ਦੀ ਬੜੀ ਜ਼ਰੂਰਤ ਹੈ। ਇਹ ਗੱਲ ਅੱਜ ਆਪਣੇ ਬੱਚਿਆਂ ਦੇ ਅੰਦਰ ਜੇਕਰ ਅਸੀਂ ਖਿਆਲ ਦੇ ਰੂਪ ਦੇ ਵਿੱਚ ਪਰਪੱਕ ਕਰ ਦਈਏ ਕਿ ਜੇ ਬਾਹਰੋਂ ਆਏ ਵਿਦਿਆਰਥੀ ਨੇ, ਇਹ ਤੁਹਾਡੇ ਲਈ ਖਤਰਾ ਨਹੀਂ, ਇਹ ਵਿਦਿਆਰਥੀ ਆਪਣੇ ਆਰਥਿਕ ਸਰੋਤਾਂ ਦੇ ਨਾਲ ਇੱਥੇ ਆਏ ਨੇ, ਅਤੇ ਇਹਨਾਂ ਦੇ ਨਾਲ ਯੂਨੀਵਰਸਿਟੀਆਂ ਤਰੱਕੀ 'ਚ ਨੇ, ਤੁਹਾਡਾ ਫਾਇਦਾ ਹੀ ਹੋਏਗਾ, ਨੁਕਸਾਨ ਨਹੀਂ ਹੋਏਗਾ, ਤਾਂ ਕਿ ਮਾਹੌਲ ਵਧੀਆ ਹੋ ਜਾਏ। ਇਸੇ ਤਰ੍ਹਾਂ ਦਾ ਪ੍ਰਚਾਰ ਸਾਡੀਆਂ ਸੰਸਥਾਵਾਂ ਦਾ ਵੀ ਨਾਲ ਹੀ ਹੋਵੇ। ਜਿਵੇਂ ਕਿ ਅਸੀਂ ਉਦਾਹਰਨ ਦੇ ਸਕਦੇ ਹਾਂ, ਜੇ ਅਸੀਂ ਕੁਝ ਸ਼ਹਿਰਾਂ ਦੀ ਗੱਲ ਕਰਦੇ ਹਾਂ ਤਾਂ ਗੁਰਦੁਆਰਾ ਸੰਸਥਾਵਾਂ ਨੇ ਇੱਕ ਪ੍ਰਬੰਧ ਕੀਤਾ ਹੋਇਆ। ਉਹ ਇਹ ਹੈ ਕਿ ਜੇਕਰ ਵਿਦਿਆਰਥੀ, ਅੰਤਰਰਾਸ਼ਟਰੀ ਵਿਦਿਆਰਥੀ, ਕੋਈ ਉਹਨਾਂ ਨੂੰ ਭੋਜਨ ਦੀ ਜਾਂ ਕੱਪੜੇ ਦੀ ਸਮੱਸਿਆ ਹੈ ਤਾਂ ਉਹਨਾਂ ਵਾਸਤੇ ਪ੍ਰਬੰਧ ਕੀਤਾ ਜਾਏ। ਕਈ ਵਾਰ ਉਹਨਾਂ ਨੂੰ ਦੇਰ ਸਵੇਰ ਵੀ ਉਹਨਾਂ ਲਈ ਭੋਜਨ ਪੈਕ ਕੀਤਾ ਮਿਲਦਾ ਹੈ। ਅਸੀਂ ਜਦੋਂ ਗਦਰੀ ਬਾਬਿਆਂ ਦੇ ਵੱਲੋਂ ਸਥਾਪਿਤ ਸੰਸਥਾਵਾਂ ਦੀ ਗੱਲ ਕਰਦੇ ਹਾਂ, ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਮਿਲਦੀਆਂ ਨੇ ਜਿਨ੍ਹਾਂ ਨਾਲ ਮਨ ਸੱਟ ਵੀ ਵੱਜਦੀ ਹੈ ਕਿ ਸਾਡੇ ਬਜ਼ੁਰਗਾਂ ਨੇ ਇੰਨਾ ਕੁਝ ਕੀਤਾ ਅਤੇ ਅਸੀਂ ਉਹਨਾਂ ਨੂੰ ਸੰਭਾਲਣ ਦੇ ਵਾਸਤੇ ਉਹ ਕਿਉਂ ਨਹੀਂ ਕਰਦੇ। ਹੁਣ ਦੋਨੇ ਤਰ੍ਹਾਂ ਦੇ ਸਾਡੇ ਕੋਲੇ ਮਿਸਾਲਾਂ ਨੇ। ਅਸੀਂ ਇੱਕ ਪਾਸੇ ਨਹੀਂ ਕਹਿ ਸਕਦੇ, ਉਹ ਵੀ ਨੇ ਜਿਹੜੇ ਸੰਭਾਲਣ ਲਈ ਤਤਪਰ ਨੇ, ਅਤੇ ਉਹ ਵੀ ਨੇ ਜਿਹੜੇ ਅੱਖੋਂ ਪਰੋਖੇ ਕਰ ਰਹੇ ਨੇ। ਦੇਖੋ, ਇਹ ਦੋਨੇ ਚੀਜ਼ਾਂ ਚੱਲਦੀਆਂ ਰਹਿਣਗੀਆਂ, ਹਾਂਜੀ, ਸਦਾ ਹੀ ਚੱਲਦੀਆਂ ਰਹੀਆਂ, ਅਗਾਮ ਚੱਲਦੀਆਂ ਰਹਿਣਗੀਆਂ ਜੀ। ਸੋ ਇਹ ਨਾ ਭੁੱਲੀਏ ਕਿ ਇਹੋ ਜਿਹੇ ਲੋਕ ਵੀ ਨੇ, ਜਿਵੇਂ ਸਰੀ ਡਾਟਾ ਗੁਰੂ ਘਰ ਵਾਲੇ, ਉਹ ਬਕਾਇਦਾ ਵਿਦੇਸ਼ੀ ਜਿਹੜੇ ਸਟੂਡੈਂਟ ਆਉਂਦੇ ਉਹਨਾਂ ਦੇ ਲੰਗਰ ਲਾਉਂਦੇ ਨੇ, ਜਾਂ ਜਿਵੇਂ ਵਨ ਵੋਇਸ ਦੀ ਮੈਂ ਗੱਲ ਸ਼ੁਰੂ 'ਚ ਕੀਤੀ ਸੀ। ਹਾਂ, ਇਹ ਜਿਹੜੇ ਗਰੁੱਪ ਨੇ ਸਾਡੇ ਇੱਥੋਂ ਦੇ ਭਾਈਚਾਰੇ ਵੱਲੋਂ, ਜਿਹੜੀ ਇੱਕ ਜਨਰੇਸ਼ਨ ਦੇ ਆਏ ਹੋਏ ਪੁਰਾਣੇ ਲੋਕ, ਉਹਨਾਂ ਵੱਲੋਂ ਖੜੇ ਕੀਤੇ ਗਏ ਨੇ, ਤਾਂ ਜੋ ਨਵੀਂ ਜਨਰੇਸ਼ਨ ਦੇ ਨੌਜਵਾਨਾਂ ਦੀ ਬਾਂਹ ਫੜੀ ਜਾਵੇ। ਬਿਲਕੁਲ। ਉਹਨਾਂ ਨੇ ਸਮੇਂ-ਸਮੇਂ 'ਤੇ ਕੋਸ਼ਿਸ਼ਾਂ ਕੀਤੀਆਂ ਕਿ ਜਦੋਂ ਨੌਜਵਾਨਾਂ ਨੂੰ ਕੋਈ ਮਾਨਸਿਕ ਪਰੇਸ਼ਾਨੀ ਪਈ, ਜਾ ਕੇ ਉਹਨਾਂ ਨੂੰ ਮੱਲਮ ਲਾਈ, ਉਹਨਾਂ ਦੇ ਨਾਲ ਬੈਠੇ, ਉਹਨਾਂ ਦੁੱਖ ਸੁੱਖ ਸਾਂਝਾ ਕੀਤਾ। ਜਾਂ ਜਦੋਂ ਕੋਈ ਕਿਸੇ ਸਟੂਡੈਂਟ ਨੇ ਸੁਸਾਈਡ ਕੀਤੀ, ਉਹਦੀ ਜੇ ਮ੍ਰਿਤਕ ਦੇਹ ਨੂੰ ਵਾਪਸ ਪਹੁੰਚਾਉਣ ਦਾ ਪ੍ਰਬੰਧ ਕਰਨਾ ਪਿਆ। ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵਿੱਚੋਂ ਲੋਕਾਂ ਨੂੰ ਗੁਜ਼ਰਨਾ ਪਿਆ, ਇਹਨਾਂ ਨੇ ਉਹਦੀ ਬਾਂਹ ਫੜੀ ਹੈ। ਪਰ ਦੂਜੇ ਪਾਸੇ ਉਹ ਲੋਕ ਵੀ ਬੈਠੇ ਨੇ ਜਿਹੜੇ ਮੂੰਹ ਪਾੜ ਕੇ ਇਹਨਾਂ ਦੇ ਖਿਲਾਫ ਜ਼ਹਿਰ ਉਗਲ ਰਹੇ, ਔਰ ਉਹ ਉਹਨਾਂ ਸੱਜੇ ਪੱਖੀਆਂ ਦਾ ਰਾਹ ਸਾਫ਼ ਕਰ ਰਹੇ ਆ, ਸੌਖਾ ਕਰ ਰਹੇ, ਜਿਹੜੇ ਕਿ ਪਹਿਲਾਂ ਹੀ ਚਾਹੁੰਦੇ ਨੇ ਕਿ ਇਮੀਗ੍ਰੇਸ਼ਨ ਬੰਦ ਹੋਵੇ, ਜਿਹੜੇ ਚਾਹੁੰਦੇ ਨੇ ਕਿ ਬਾਹਰੋਂ ਭੂਰੀ ਚਮੜੀ ਦਾ ਵਿਅਕਤੀ ਕੋਈ ਇੱਥੇ ਆਵੇ। ਸੋ ਇਹ ਬਹੁਤ ਵੱਡਾ ਦੁਖਾਂਤ ਹੈ ਕਿ ਅੱਜ ਉਹਨਾਂ ਨੂੰ ਇੱਕ ਬਣੀ ਬਣਾਈ, ਇੱਕ ਜਿਹਨੂੰ ਕਹਿੰਦੇ ਕਿ ਇੱਕ ਉਹਨਾਂ ਦਾ ਵੋਟ ਬੈਂਕ ਕਹਿ ਲਓ, ਸਪੋਰਟ ਬੇਸ ਕਹਿ ਲਓ, ਬਣਿਆ ਬਣਾਇਆ ਸਾਡੇ ਭਾਈਚਾਰੇ 'ਚ ਮਿਲਿਆ ਹੋਇਆ, ਜਿਹਦੀ ਉਹ ਵਰਤੋਂ ਕਰ ਰਹੇ। ਸੋ ਸਾਡੀ ਕਮਿਊਨਿਟੀ ਦੇ ਲੋਕਾਂ ਨੂੰ ਚਾਹੀਦਾ ਕਿ ਸਿਰ ਜੋੜ ਕੇ ਬੈਠਣ ਔਰ ਸਹੀ ਵਿਆਖਿਆ ਪੇਸ਼ ਕਰਨ। ਪਰ ਜਿਵੇਂ ਗਦਰੀਆਂ ਵੱਲੋਂ ਕਿਹੜੀ ਸੰਸਥਾਵਾਂ ਨਾਲ ਜੁੜੇ ਹੋਏ ਲੋਕ ਅੱਜ ਖੁਦ ਪੈਸੇ ਮਾਣਦੇ ਫਿਰਦੇ ਉਹਨਾਂ ਤੋਂ, ਸਟੂਡੈਂਟਾਂ ਤੋਂ, ਉਹਨਾਂ ਤੋਂ ਅਸੀਂ ਕੀ ਆਸ ਕਰਾਂਗੇ ਜੇ ਉਹ ਖੁਦ ਹੀ ਉਸ ਇਤਿਹਾਸ ਨੂੰ ਕਲੰਕਿਤ ਕਰ ਰਹੇ ਨੇ ਬੇਸ਼ਰਮੀ ਦੇ ਨਾਲ, ਔਰ ਕੋਈ ਲੈਣ ਦੇਣਾ ਹੈ ਨਹੀਂ ਕਿ ਇਹਨਾਂ ਸਟੂਡੈਂਟਾਂ ਲਈ ਕੋਈ ਦਇਆ ਹੋਵੇ ਦੇ ਮਨ ਦੇ ਵਿੱਚ ਜਾਂ ਕਰੁਣਾ ਹੋਵੇ, ਤਾਂ ਅਸੀਂ ਕੀ ਆਸ ਕਰ ਸਕਦੇ। ਸੋ ਲੈ ਦੇ ਕੇ ਫਿਰ ਉਹੀ ਹੈ ਕਿ ਸਾਡੇ ਵਰਗੇ ਜ਼ਿੰਮੇਵਾਰੀ ਬਣ ਜਾਂਦੀ ਸਾਂਝੇ ਤੌਰ 'ਤੇ ਕਿ ਅਸੀਂ ਕੁਛ ਨਾ ਕੁਛ ਲੋਕਾਂ ਨੂੰ ਸਹੀ ਜਾਣਕਾਰੀ ਦਈਏ ਕਿ ਗਲਤ ਜਾਣਕਾਰੀ ਦੇ ਆਧਾਰ 'ਤੇ ਇਹਨਾਂ ਸਟੂਡੈਂਟਾਂ ਦੇ ਖਿਲਾਫ ਇਹ ਜਿਹੜਾ ਇੱਕ ਬੇਰੁਖੀ ਵਾਲਾ ਮਾਹੌਲ ਹੈ, ਇਹ ਖਤਮ ਕੀਤਾ ਜਾਵੇ। ਗਲਤ ਜਾਣਕਾਰੀ ਦੀਆਂ ਮਿਸਾਲਾਂ ਸਾਡੇ ਕੋਲ ਮੀਡੀਆ 'ਚ ਵੀ ਬਹੁਤ ਆਉਂਦੀਆਂ। ਜਿਵੇਂ ਇਹ ਗੱਲ ਬੜੀ ਚਰਚਾ ਦੇ ਵਿੱਚ ਹੈ ਇਸ ਵੇਲੇ ਕਿ ਜਿੰਨੇ ਲੋਕ ਵਿਦੇਸ਼ਾਂ ਦੇ ਵਿੱਚ ਖਾਸ ਤੌਰ 'ਤੇ ਪਹਿਲਾਂ ਆਏ ਹੋਏ ਨੇ, ਉਹਨਾਂ ਸਾਰਿਆਂ ਦੀ ਜਿਹੜੀ ਹੈ ਭਾਵਨਾ ਬੇਰੁਖੀ ਵਾਲੀ ਹੈ ਵਿਦਿਆਰਥੀਆਂ ਦੇ ਪ੍ਰਤੀ। ਅਸੀਂ ਸਾਰੇ ਉਹਨਾਂ 'ਚੋਂ ਹੀ ਹਾਂ। ਸਾਡੇ ਵਰਗੇ ਹਜ਼ਾਰਾਂ ਲੱਖਾਂ ਹੋਰ ਵੀ ਨੇ ਜਿਹੜੇ ਬੜੇ ਉਸਾਰੂ ਸੋਚ ਰੱਖਦੇ ਨੇ। ਪਿੱਛੇ ਜੇ ਇੱਕ ਖਾਸ ਮੀਡੀਆ ਗਰੁੱਪ ਨੇ ਇੱਕ ਗੱਲ ਨੂੰ ਫੈਲਾਇਆ ਕਿ ਜਿਹੜੇ ਔਰਤਾਂ, ਲੜਕੀਆਂ ਇਸ ਵੇਲੇ ਆ ਰਹੀਆਂ ਨੇ ਵਿਦੇਸ਼ਾਂ ਦੇ ਵਿੱਚ, ਖਾਸ ਤੌਰ 'ਤੇ ਵਿਦਿਆਰਥਣਾਂ, ਜਿਨ੍ਹਾਂ ਦੇ ਬਾਰੇ ਕੁਝ ਇੱਕ ਘਟਨਾਵਾਂ ਅਤੇ ਵੇਰਵੇ ਲੈ ਕੇ ਕਿਹਾ ਕਿ ਜਿਸਮਾਨੀ ਧੰਦਾ ਜਿਹੜਾ ਉਹਨਾਂ ਦੇ ਵੱਲੋਂ ਕਰਨ ਲਈ ਮਜਬੂਰ ਹੋਣ ਦੀ ਚਰਚਾ ਚੱਲੀ, ਅਤੇ ਅਖਬਾਰ ਭਾਰਤ ਤੋਂ ਪ੍ਰਕਾਸ਼ਨ ਦੇ ਇੱਕ ਅਖਬਾਰ ਨੇ ਉਸ ਤੋਂ ਬਾਅਦ ਕੈਨੇਡਾ 'ਚ ਇਸ ਗੱਲ ਨੂੰ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਪ੍ਰਚਾਰਿਆ ਗਿਆ। ਜਦੋਂ ਇਸ ਦੀ ਘੋਖ ਪੜਤਾਲ ਪੂਰੀ ਜਾਣਕਾਰੀ ਕੀਤੀ ਗਈ ਤਾਂ ਦੋ ਘਟਨਾਵਾਂ ਸਾਹਮਣੇ ਆਈਆਂ। ਇੱਕ ਤਾਂ ਉਹ ਕਿ ਬਿਨਾਂ ਸ਼ੱਕ ਭਾਈਚਾਰੇ ਦੇ ਵਿੱਚ ਇਸ ਤਰ੍ਹਾਂ ਦੇ ਅਲੱਗ-ਅਲੱਗ ਲੋਕ ਨੇ ਜਾਂ ਉਹਨਾਂ ਦੇ ਕਾਰੋਬਾਰੀ ਅਦਾਰੇ ਨੇ ਜਿਹੜੇ ਸ਼ੋਸ਼ਣ ਕਰਦੇ ਨੇ, ਜਿਨ੍ਹਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ। ਇੱਕ ਉਹ ਜਿਹੜੇ ਕਿ ਲਗਾਤਾਰ ਇਸ ਗੱਲ ਲਈ
ਆਪਣੇ ਘਰਾਂ ਦੀਆਂ ਬੇਸਮੈਂਟਾਂ ਦੇ ਜਿੱਥੇ ਰਹਿੰਦੇ ਨੇ ਵਿਦਿਆਰਥੀ ਉੱਥੇ ਵੀ ਉਹਨਾਂ ਦੀ ਦੇਖਭਾਲ ਪਿਆਰ ਸਤਿਕਾਰ ਕਰਦੇ ਨੇ, ਸੰਭਾਲਦੇ ਨੇ, ਮਦਦ ਦਿੰਦੇ ਨੇ, ਉਹਨਾਂ ਨੂੰ ਪੂਰਾ ਇੱਕ ਤਰ੍ਹਾਂ ਰਾਬਤਾ ਕਾਇਮ ਕਰਕੇ ਰੱਖਦੇ ਨੇ। ਦੂਸਰੇ ਪਾਸੇ ਇਹ ਵੀ ਘਟਨਾਵਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਕਿ ਜਿਹੜੇ ਵਿਦਿਆਰਥੀ ਇੱਕ ਪਰਿਵਾਰਾਂ ਦੇ ਨਾਲ ਇੱਥੇ ਵਸਦੇ ਇੱਕਮਿਕ ਹੋ ਕੇ ਚੱਲਦੇ ਨੇ, ਅੱਗੇ ਉਹਨਾਂ ਦੇ ਰਿਸ਼ਤੇ ਨਾਤੇ ਵੀ ਜੁੜ ਰਹੇ ਨੇ, ਸਾਂਝਾਂ ਵੀ ਬਣ ਰਹੀਆਂ ਨੇ, ਇੱਕ ਬ੍ਰਿਜ ਬਣ ਰਿਹਾ ਹੈ। ਪਰ ਇਹੋ ਜਿਹੇ ਵੀ ਨੇ ਜਿੱਥੇ ਅਸੀਂ ਦੇਖਦੇ ਹਾਂ ਕਿ ਜਦੋਂ ਉਹ ਕਿਰਾਏ 'ਤੇ ਆਪਣਾ ਘਰ ਜਾਂ ਬੇਸਮੈਂਟ ਦਿੰਦੇ ਨੇ, ਉਸ ਤੋਂ ਬਾਅਦ ਜਦੋਂ ਮਾਹੌਲ ਕਈ ਵਾਰ ਇਸ ਤਰ੍ਹਾਂ ਦਾ ਉਹਨਾਂ ਦੇ ਅੰਦਰ ਖਰੂਦ ਦਾ ਹੁੰਦਾ ਤੇ ਇੱਕ ਨਫ਼ਰਤ ਦਾ ਪਾਤਰ ਜਿਹੜਾ ਮਾਹੌਲ ਦਾ ਹਾਲਾਤ ਬਣ ਰਹੇ ਨੇ, ਤੇ ਉਹ ਉਦਾਹਰਨਾਂ ਸਾਡੇ ਸਾਹਮਣੇ ਪੇਸ਼ ਕਰਦੇ ਨੇ। ਸੋ ਫਿਰ ਗੱਲ ਉਹੀ ਆਉਂਦੀ ਹੈ ਜੀ, ਇੱਥੇ ਅਸੀਂ ਬਹੁਤ ਜ਼ਿੰਮੇਵਾਰੀ ਨਾਲ ਚੱਲਣਾ ਪਏਗਾ। ਮੀਡੀਆ ਵੀ ਜਦੋਂ ਜਿਸ ਤਰ੍ਹਾਂ ਪੇਸ਼ ਕਰਦਾ ਹੈ ਕਿ ਜਿਸਮਾਨੀ ਧੰਦਾ ਕੈਨੇਡਾ ਦੇ ਵਿੱਚ ਜ਼ੋਰਾਂ 'ਤੇ ਹੈ, ਅਤੇ ਸਾਰੇ ਜਿਹੜੇ ਉੱਥੇ ਆ ਰਹੇ ਨੇ ਸਟੂਡੈਂਟ, ਉਹਨਾਂ ਨੂੰ ਇਹ ਕੁਝ ਕਰਨਾ ਪੈਂਦਾ ਅਤੇ ਉਹ ਸਟੂਡੈਂਟਸ ਨੂੰ ਇੱਕ ਤਰ੍ਹਾਂ ਦਾ ਮਦਦ ਕਰਨ ਦੀ ਥਾਂ 'ਤੇ ਇੱਕ ਬਦਨਾਮੀ ਦਾ ਬਾਇਸ ਵੀ ਬਣਾ ਰਿਹਾ। ਗੱਲ ਗੁਰਦਾਸ ਜੀ ਉੱਥੇ ਹੀ ਆ ਜਾਂਦੀ ਘੁੰਮ ਫਿਰ ਕੇ ਕਿ ਜਿਹੜੇ ਜੋ ਕੁਛ ਸਟੂਡੈਂਟ ਆ ਰਹੇ ਨੇ ਬਾਹਰੋਂ, ਹਾਂਜੀ, ਉਹਨਾਂ ਵਿੱਚੋਂ ਮੰਨ ਲੈਂਦੇ ਕਿ ਚਲੋ 2 ਸਟੂਡੈਂਟਾਂ ਨੇ ਖੱਪ ਵੀ ਪਾਈ, ਕਤਲ ਵੀ ਕਰ ਦਿੱਤਾ, ਜਿਸਮ ਫਰੋਸ਼ੀ ਵੀ ਕਰ ਲਈ, ਪਰ ਤੁਸੀਂ ਪਹਿਲਾਂ ਡਾਟਾ ਤਾਂ ਕੱਢ ਲਓ, ਕੀ ਪਤਾ ਉਸ ਤੋਂ ਕਿਤੇ ਵੱਧ ਗਿਣਤੀ ਵਿੱਚ ਸਾਡੇ ਇੱਥੋਂ ਦੇ ਜੰਪਲ ਬੱਚੇ ਸਾਰਾ ਕੁਝ ਕਰਦੇ ਹੋਣਗੇ, ਇੱਥੋਂ ਦੇ ਗੋਰੇ ਕਰਦੇ ਹੋਣਗੇ। ਹੋਰ ਕੀ ਕਰੀਏ, ਉਹਨਾਂ ਨੂੰ ਜਹਾਜ਼ੇ ਚਾੜ ਕੇ ਕਿਤੇ ਹੋਰ ਭੇਜ ਦਈਏ, ਕਿਸੇ ਟਾਪੂ 'ਤੇ ਭੇਜ ਦਈਏ ਆਪਾਂ? ਇਹ ਤਾਂ ਕੋਈ ਗੱਲ ਨਾ ਬਣੀ ਵਾਲੀ। ਮਤਲਬ ਕਹਿਣ ਦਾ ਕਿ ਚੰਗੇ ਮਾੜੇ ਲੋਕ ਹਰ ਇੱਕ ਸ਼੍ਰੇਣੀ, ਹਰ ਗਰੁੱਪ ਵਿੱਚ ਪਸਰੇ ਹੋਏ। ਸਿਰਫ ਉਹਨਾਂ ਦੇ ਕਾਲੇ ਕਰਤੂਤਾਂ ਕਰਕੇ ਆਪਾਂ ਸਾਰਿਆਂ ਨੂੰ ਇੱਕੋ ਰਸੇ ਬੰਨ੍ਹ ਕੇ ਸੋਚੀਏ ਕਿ ਸਾਰੇ ਹੀ ਇੱਥੇ ਜਿਸਮ ਵੇਚਣ ਲਈ ਆ ਰਹੇ, ਸਾਰੇ ਹੀ ਇੱਥੇ ਆ ਕੇ ਅਪਰਾਧ ਕਰਦੇ, ਸਾਰੇ ਖਰੂਦ ਪਾਉਂਦੇ, ਸਾਰੇ ਇੱਥੇ ਖੱਪ ਪਾਉਣਗੇ ਆ ਕੇ। ਇਹ ਗੱਲਾਂ ਠੀਕ ਨਹੀਂ ਗਿਆ। ਆਪਾਂ ਜਿਹੜੇ ਜਜਮੈਂਟਲ ਹੋਏ ਨੇ ਦੂਜੇ ਬਾਰੇ, ਉਹ ਸਾਡੀ ਇੱਕ ਮਾੜੀ ਸੋਚ ਹੈ। ਬਿਲਕੁਲ, ਚੰਗੇ ਮਾੜੇ ਵਿਅਕਤੀ ਹਰ ਪਾਸੇ ਆ। ਤੁਸੀਂ ਵੱਧ ਤੋਂ ਵੱਧ ਇਹ ਕਰ ਸਕਦੇ ਹੋ, ਜੇ ਕੋਈ ਗਲਤ ਗੱਲ ਕਰ ਰਿਹਾ, ਤੁਸੀਂ ਬਜ਼ੁਰਗ ਹੋ, ਤੁਹਾਡੇ ਤੋਂ ਛੋਟੀ ਉਮਰ ਦਾ, ਤੁਸੀਂ ਉਹਨੂੰ ਹੱਕ ਨਾਲ ਸਮਝਾ ਸਕਦੇ ਹੋ ਕਿ ਇਹ ਗਲਤ ਹੈ, ਇਹ ਠੀਕ ਨਹੀਂ ਗਾ। ਪਰ ਜੇ ਤੁਸੀਂ ਧਿਆਨ ਨਾਲ ਸੋਚੋ ਤਾਂ ਸ਼ਾਇਦ ਤੁਹਾਨੂੰ ਉਹ ਉਸ ਤਰ੍ਹਾਂ ਦੀ ਮੋਰਲ ਪੁਲਿਸਿੰਗ ਇੱਥੋਂ ਦੇ ਜੰਪਲ ਬੱਚਿਆਂ ਦੇ ਵੀ ਰੋਜ਼ਾਨਾ ਕਰਨ ਦੀ ਲੋੜ ਆ, ਕਿਉਂਕਿ ਉਹ ਵੀ ਇਹੀ ਕੁਝ ਕਰ ਰਹੇ। ਸਾਡੇ ਆਪਣੇ ਜੰਪਲ ਬੱਚੇ ਕਿੰਨੇ ਚਿਰ ਦੇ ਇੱਥੋਂ ਗੈਂਗ ਗਤੀਵਿਧੀਆਂ ਵਿੱਚ ਸ਼ਾਮਲ ਨੇ। ਪਹਿਲਾਂ ਅਸੀਂ ਉਹਦਾ ਕੀ ਕਰ ਲਿਆ? ਔਰ ਮੈਂ ਇਹ ਵੀ ਕਹੂੰਗਾ ਕਿ ਸਿਰਫ ਉਹ ਨਹੀਂ, ਵੱਡੇ ਭਾਈਚਾਰੇ ਦੇ ਕਿੰਨੇ ਨੌਜਵਾਨ ਗੈਂਗ ਗਤੀਵਿਧੀਆਂ ਵਿੱਚ ਸ਼ਾਮਲ ਨੇ। ਸੋ ਗੱਲ ਉਹੀ ਹੈ ਕਿ ਸਾਰੇ ਭਾਈਚਾਰੇ ਨੂੰ ਇੱਕੋ ਰਸੇ ਨਹੀਂ ਬੰਨਿਆ ਜਾ ਸਕਦਾ ਇੱਕੜ ਦੁੱਕੜ ਘਟਨਾਵਾਂ ਦੇ ਆਧਾਰ 'ਤੇ। ਠੀਕ ਹੈ, ਜਿਹੜੇ ਸਟੂਡੈਂਟ ਬਾਹਰੋਂ ਆ ਕੇ ਬੇਸਮੈਂਟਾਂ ਲੈਂਦੇ ਨੇ, ਉਹਨਾਂ ਵਿੱਚ ਕੁਝ ਇਹੋ ਜਿਹੇ ਵੀ ਨੇ ਜਿਹੜੇ ਪਾਰਟੀਆਂ ਵੀ ਕਰਦੇ ਆ, ਖੱਪ ਵੀ ਪਾਉਂਦੇ ਆ, ਤੋੜ ਫੋੜ ਵੀ ਕਰਨਗੇ, ਤੋੜ ਭੰਨ ਵੀ, ਪਰ ਸਾਰੇ ਤਾਂ ਨਹੀਂ ਕਰ ਰਹੇ ਇੱਦਾਂ। ਕਈਆਂ ਦੀਆਂ ਮਜਬੂਰੀਆਂ ਇਹੋ ਜਿਹੀਆਂ ਕਿ ਉਹਨਾਂ ਲਈ ਕੰਮ ਕਰਨਾ ਜ਼ਰੂਰੀ ਹੈ, ਪੜ੍ਹਾਈ ਲਿਖਾਈ ਕਰਨਾ ਉਹਨਾਂ ਦੀ ਪਹਿਲੀ ਜ਼ਰੂਰਤ ਹੈ। ਸਿਰਫ ਉਸ ਆਧਾਰ 'ਤੇ ਕਿ ਜੇ ਕਿਸੇ ਬੇਸਮੈਂਟ 'ਚ ਖੱਪ ਪਈ ਆ, ਕਿਸੇ ਬੇਸਮੈਂਟ 'ਚ ਕੋਈ ਖਰੂਦ ਪਾਇਆ ਗਿਆ ਜਾਂ ਤੋੜ ਭੰਨ ਹੋਈ, ਉਹਦੇ ਆਧਾਰ 'ਤੇ ਤੁਸੀਂ ਮੰਨ ਲਓ ਕਿ ਸਾਰੇ ਜਿਹੜੇ ਬਾਹਰੋਂ ਆ ਰਹੇ ਵਿਦਿਆਰਥੀ ਨੇ ਇਹੀ ਕੁਝ ਕਰਦੇ ਨੇ। ਮੈਂ ਨਹੀਂ ਸਮਝਦਾ ਇਹ ਗੱਲ ਕੋਈ ਤੁਹਾਡੀ ਚੰਗੀ ਪਹੁੰਚ ਆ ਵਾਲੀ। ਇਹ ਬਿਲਕੁਲ ਉਸ ਤਰ੍ਹਾਂ ਹੀ ਹੈ ਜਿਵੇਂ ਕਿ ਤੁਸੀਂ ਇੱਕ ਭਾਈਚਾਰੇ ਦਾ ਵਿਅਕਤੀ ਜਿਹੜਾ ਹੈ, ਉਸਨੇ ਕੋਈ ਜਾ ਕੇ ਕੋਈ ਕੁਕਰਮ ਕੀਤਾ, ਉਹਦੇ ਬੇਸ 'ਤੇ ਸਾਰੇ ਭਾਈਚਾਰੇ ਨੂੰ ਇੱਕੋ ਚਸ਼ਮੇ ਨਾਲ ਵੇਖ ਕੇ ਸਭ ਨੂੰ ਤੁਸੀਂ ਜਿਹੜਾ ਹੈ ਕਿ ਮੁਜਰਮ ਕਰਾਰ ਦੇ ਦਿਓ। ਇਹ ਜਿਹੜੀ ਬਿਰਤੀ ਹੈ ਨਸਲਵਾਦੀਆਂ ਦੀ ਤਾਂ ਰਹੀ ਹੈ, ਪਰ ਅੱਜ ਅਫਸੋਸ ਨਾਲ ਸਾਡੇ ਆਪਣੇ ਭਾਈਚਾਰੇ 'ਚ ਵੀ ਆ ਗਈ ਹੈ। ਅਸੀਂ ਆਪਣੇ ਹੀ ਜਿਹੜੇ ਸਾਡੀ ਹੀ ਨਸਲ ਦੇ ਨੌਜਵਾਨ ਬਾਹਰੋਂ ਆ ਰਹੇ, ਉਹਨਾਂ ਨੂੰ ਬੜੀ ਵੱਖਰੀ ਨਿਗਾਹ ਨਾਲ ਵੇਖਦੇ। ਇਹ ਬਹੁਤ ਵੱਡਾ ਦੁੱਖ ਹੈ। ਜਦੋਂ ਅਸੀਂ ਬਹੁਤ ਪੁਰਾਣੇ ਬਜ਼ੁਰਗਾਂ ਦੇ ਨਾਲ ਕਈ ਵਾਰੀ ਮਿਲਦੇ ਹਾਂ, ਉਹਨਾਂ ਦੇ ਕਈ ਤਰ੍ਹਾਂ ਦੇ ਅਜੀਬ ਕਿਸਮ ਦੇ ਜਿਹੜੇ ਵਾਕਿਆ ਸੁਣਦੇ ਹਾਂ। ਮੈਨੂੰ ਯਾਦ ਹੈ ਕਿ ਇੱਕ ਸਾਡੇ ਸੀਨੀਅਰ ਬਜ਼ੁਰਗ ਨੇ ਜਦੋਂ ਦੱਸਿਆ ਕਿ ਜਦੋਂ ਅਸੀਂ ਆਏ ਤਾਂ ਇੱਥੇ ਜਿਹੜੇ ਵਸ ਰਹੇ ਲੋਕ ਸੀ, ਤਾਂ ਉਹਨਾਂ ਨੇ ਕਿਹਾ ਕਿ ਸਾਡੇ ਘਰੇ ਇੱਕ ਹੋਰ ਭਟਿੱਟਰ ਆ ਗਿਆ। ਭਟਿੱਟਰ ਸ਼ਬਦ ਕਹਿੰਦੇ, ਅਸੀਂ ਆਖਿਆ ਵੀ ਸਾਨੂੰ ਸਮਝ ਨਾ ਲੱਗਿਆ ਭਟਿੱਟਰ ਕੀ ਆ। ਬਾਅਦ 'ਚ ਪਤਾ ਲੱਗਿਆ ਕਿਉਂਕਿ ਉਹ ਬਿਲਕੁਲ ਜਿਹੜੇ ਪਹਿਲਾਂ ਆਏ ਸੀ, ਪੜ੍ਹੇ ਲਿਖੇ ਘੱਟ ਸੀ, ਉਹ ਵਿਜ਼ਟਰ ਨੂੰ ਭਟਿੱਟਰ ਕਹਿੰਦੇ ਸੀ। ਇਹ ਗੱਲ ਉਦੋਂ ਵੀ 80ਵਿਆਂ ਦੇ 70ਵਿਆਂ ਦੇ ਵਿੱਚ ਵੀ ਚੱਲਦੀ ਸੀ। ਉਹ ਹੁਣ ਉਹ ਵਿਜ਼ਟਰ ਵਾਲਾ ਭਟਿੱਟਰ ਤਾਂ ਨਹੀਂ, ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪ੍ਰਤੀ ਇਸ ਤਰ੍ਹਾਂ ਦੀ ਪਹੁੰਚ ਹੋ ਗਈ। ਉਸ ਵੇਲੇ ਜਿਹੜੇ ਲੋਕ ਪਹਿਲਾਂ ਇਹ ਸੋਚਦੇ ਸੀ, ਉਹਨਾਂ ਨੂੰ ਅੱਜ ਇਹ ਗੱਲ ਦਾ ਅਹਿਸਾਸ ਹੋ ਰਿਹਾ ਕਿ ਉਦੋਂ ਦੇ ਜਿਹੜੇ ਵਿਜ਼ਟਰ ਸੀ, ਅੱਜ ਦੇ ਕੈਨੇਡਾ ਨੂੰ ਖੂਬਸੂਰਤ ਬਣਾਉਣ ਦੇ ਵਿੱਚ ਉਹਨਾਂ ਦਾ ਕਿੱਡਾ ਵੱਡਾ ਯੋਗਦਾਨ ਹੈ। ਸੋ ਅੱਜ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਆ ਰਹੇ ਨੇ, ਖਾਸ ਤੌਰ 'ਤੇ ਜਿਵੇਂ ਪੰਜਾਬ ਦੀ ਵੀ ਗੱਲ ਕਰਦੇ ਹਾਂ, ਉਹ ਕਿੰਨਾ ਕਾਰਨਾਂ ਕਰਕੇ ਆ ਰਹੇ ਨੇ, ਪਹਿਲਾਂ ਉਹਨਾਂ ਦੀ ਪੜਚੋਲ ਵੀ ਕੀਤੀ ਹੈ। ਉਹ ਆਉਣ ਲਈ ਰਸਤੇ ਕਿਹੜੇ ਅਖਤਿਆਰ ਕਰ ਰਹੇ ਨੇ ਉਹ ਵੀ ਸਾਡੇ ਸਾਹਮਣੇ ਆ, ਪਰ ਉਹਨਾਂ ਨੂੰ ਆਉਣ ਦੇ ਲਈ ਜੀ ਆਇਆਂ ਆਖਣਾ ਵੀ ਸਾਡਾ ਫਰਜ਼ ਬਣਦਾ ਹੈ। ਇਮੀਗ੍ਰੇਸ਼ਨ ਵਿਰੋਧੀ ਪਹੁੰਚ ਵਾਲੇ ਲੋਕ ਇਹੋ ਜਿਹੇ ਬਹਾਨੇ ਘੜ ਕੇ ਕਿ ਕਿਸੇ ਤਰੀਕੇ ਨਾਲ ਇਹਨਾਂ ਵਿਦਿਆਰਥੀਆਂ ਨੂੰ ਰੋਕਿਆ ਜਾਏ, ਜੇ ਇਹ ਸਾਰਾ ਕੁਝ ਕਰਦੇ ਨੇ ਤਾਂ ਸਾਨੂੰ ਉਹਦਾ ਵਿਰੋਧ ਕਰਨਾ ਚਾਹੀਦਾ। ਗੱਲ ਸਹੇ ਦੀ ਨਹੀਂ, ਗੱਲ ਪੈਸੇ ਦੀ ਹੈ। ਸਾਡੇ ਬਜ਼ੁਰਗਾਂ ਨੇ ਰਸਤੇ ਖੋਲ੍ਹੇ ਆ, ਬੜੀਆਂ ਮੁਸ਼ਕਲਾਂ ਦੇ ਬਾਅਦ ਇਹ ਰਸਤੇ ਖੁੱਲ੍ਹੇ ਆ। ਕਿਤੇ ਇਹਨਾਂ ਗੱਲਾਂ ਕਰਕੇ ਅਸੀਂ ਉਹ ਰਾਹ ਬੰਦ ਨਾ ਕਰ ਲਈਏ। ਠੀਕ ਹੈ,
ਜਿੱਥੇ ਕੋਈ ਗਲਤ ਘਟਨਾ ਹੁੰਦੀ ਹੈ ਉਸ ਦਾ ਤੁਰੰਤ ਨੋਟਿਸ ਲਓ, ਉਸ ਦਾ ਵਿਰੋਧ ਵੀ ਕਰੋ, ਪਰ ਜੇ ਵਿਦਿਆਰਥੀ ਨਾਲ ਵੀ ਜ਼ਿਆਦਤੀ ਹੁੰਦੀ ਹੈ ਉਹਦੇ ਨਾਲ ਖੜੋ। ਜੇ ਅੱਜ ਇਹ ਸੰਸਥਾ ਜੇ ਇਕੱਠ ਕਰਕੇ ਉਹਨਾਂ ਨਾਲ ਖੜ ਰਹੀ ਹੈ ਜਾਂ ਜਿਹੜੀਆਂ ਵੀ ਸੰਸਥਾਵਾਂ ਖੜ ਰਹੀਆਂ ਨੇ ਉਹ ਵਧਾਈ ਦੀਆਂ ਪਾਤਰ ਨੇ। ਜੇ ਕੰਮ ਕਰਦੇ ਨੇ ਉਹਨਾਂ ਨੂੰ ਵੇਤਨ ਦਿਓ, ਉਹਨਾਂ ਦੀ ਜ਼ਿਆਦਤੀ ਨਾ ਹੋਵੇ। ਜੇਕਰ ਉਹ ਕੰਮ ਕਰਕੇ ਮਿਹਨਤ ਕਰਕੇ ਆਪਣੀ ਕਮਾਈ ਕਰ ਰਹੇ ਨੇ ਤਾਂ ਮੀਡੀਆ ਵਾਲੇ ਇਹ ਨਾ ਪ੍ਰਚਾਰੋ ਕਿ ਉਹ ਜਿਸਮ ਫਰੋਸ਼ੀ ਕਰ ਰਹੇ ਨੇ। ਇਹ ਅਤ ਸ਼ਰਮਨਾਕ ਤੇ ਨਿੰਦਣਯੋਗ ਹੈ ਕਿ ਖਬਰ ਦੇ ਟਾਈਟਲ ਹੀ ਇਹ ਬਣਾਏ ਜਾ ਰਹੇ ਨੇ ਕਿ ਜਿਸਮ ਫਰੋਸ਼ੀ ਕਰ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥਣਾਂ। ਕਿੱਡੀ ਮਾੜੀ ਗੱਲ ਹੈ। ਕੁਝ ਹੋ ਸਕਦੇ ਨੇ ਬਿਨਾਂ ਸ਼ੱਕ, ਤੇ ਉਹ ਇੱਥੇ ਵੀ ਨੇ, ਉੱਥੋਂ ਵਾਲੇ ਵੀ ਹੋ ਸਕਦੇ ਨੇ, ਪਰ ਇਸ ਤਰ੍ਹਾਂ ਦਾ ਪ੍ਰਚਾਰ ਕਰਨਾ ਬਹੁਤ ਮਾੜਾ ਹੈ। ਇੱਕ ਸਾਰੇ ਭਾਈਚਾਰੇ ਨੂੰ ਇੱਕ ਬਦਨਾਮੀ ਦਾ ਰੂਪ ਦੇਣਾ। ਸੋ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਾਸਤੇ ਤਿੰਨੇ ਸਟੇਜਸ 'ਤੇ ਸਾਡਾ ਕੀ ਕੰਮ ਹੋਵੇ, ਅਸੀਂ ਕਿਵੇਂ ਗੌਰ ਕਰਨਾ। ਇੱਕ ਜਿਹੜੀ ਇਮੀਗ੍ਰੇਸ਼ਨ ਸੰਸਥਾ ਕੰਸਲਟੈਂਟ ਨੇ, ਗਰੁੱਪ ਨੇ, ਉਹਨਾਂ ਦੇ ਬਾਰੇ ਪਿੱਛੇ ਜੇ ਕਈ ਤਰ੍ਹਾਂ ਦੇ ਅਦਾਰਿਆਂ ਦੇ ਉੱਪਰ ਕਈ ਤਰ੍ਹਾਂ ਦੇ ਕਾਰਵਾਈਆਂ ਵੀ ਹੋਈਆਂ, ਸਰਕਾਰੀ ਤੌਰ 'ਤੇ ਪਾਬੰਦੀਆਂ ਵੀ ਲੱਗੀਆਂ, ਕਈ ਤਰ੍ਹਾਂ ਦੇ ਫਾਈਨ ਵੀ ਹੋਏ ਨੇ, ਇਨਕੁਆਇਰੀਆਂ ਹੋ ਰਹੀਆਂ ਨੇ। ਇਹ ਵੀ ਇੱਕ ਬੜਾ ਖਤਰਨਾਕ ਰੁਝਾਨ ਹੈ। ਇਸ ਦੇ ਬਾਰੇ ਰੌਸ਼ਨੀ ਪਾਓ। ਦੇਖੋ, ਇਸ ਦੇ ਉੱਤੇ ਤਾਂ ਬਿਲਕੁਲ ਸਿੱਧੇ ਤੌਰ 'ਤੇ ਕਾਰਵਾਈ ਤਾਂ ਫੈਡਰਲ ਸਰਕਾਰ ਨੂੰ ਕਰਨੀ ਪੈਣੀ ਹੈ ਜੀ, ਕਿਉਂਕਿ ਇਹ ਲਗਾਤਾਰ ਹੀ ਕੰਮ ਚੱਲ ਰਿਹਾ ਬੜਾ ਜੀ। ਇੱਥੇ ਇੱਕ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਉਸ ਦੇ ਬਾਰੇ ਤਾਂ ਗੱਲ ਇੰਨੀ ਮਸ਼ਹੂਰ ਹੋ ਗਈ ਕਿ ਇੰਨਾ ਬਦਨਾਮ ਹੋ ਚੁੱਕਿਆ ਕਿ 2-4 ਬੰਦੇ ਨੇ ਜਾ ਕੇ ਉਹਨੂੰ ਕਿਹਾ ਕਿ ਤੈਨੂੰ ਕੋਈ ਬੰਦਾ ਬਣਾਉਣਾ ਜਾਂ ਤੇਰੀ ਚਪੇੜਾ ਮਾਰਨੀ, ਤੂੰ ਕੰਮ ਠੀਕ ਨਹੀਂ ਕਰ ਰਿਹਾ, ਤੂੰ ਪੈਸੇ ਵੀ ਸਾਡੇ ਲੈ ਲੈ। ਅੱਗੋਂ ਜਵਾਬ ਸੀਗਾ ਉਸਦਾ ਕਿ ਮੈਨੂੰ ਚਪੇੜਾ ਜਿੰਨੀ ਮਰਜ਼ੀ ਮਾਰ ਲਓ, ਪੈਸੇ ਤੁਹਾਨੂੰ ਫਿਰ ਵੀ ਨਹੀਂ ਮਿਲਣੇ। ਮਤਲਬ ਐਡੀ ਢੀਠਤਾਈ, ਐਡੀ ਬੇਸ਼ਰਮੀ ਇਹ ਕਿਉਂ ਹੈ? ਕਿਉਂਕਿ ਜਦੋਂ ਕੋਈ ਕਾਰਵਾਈ ਹੋ ਹੀ ਨਹੀਂ ਰਹੀ ਤਾਂ ਇਹੀ ਕੁਝ ਹੀ ਹੋਣਾ। ਨੰਦੇ ਨਹੀਂ ਕੱਸੇ ਜਾ ਰਹੇ ਉਹਨਾਂ ਦੇ। ਉਲਟ ਗੱਲ ਇਹ ਕਿ ਕਈ ਇਮੀਗ੍ਰੈਂਟ ਜਿਹੜੇ ਕੰਸਲਟੈਂਟ ਬਿਜ਼ਨਸ ਵਿੱਚ ਪਏ ਹੋਏ ਉਹ ਪੋਲੀਟੀਕਲੀ ਵੀ ਬੜੇ ਸਰਗਰਮ ਨੇ, ਪਾਰਟੀਆਂ ਨੂੰ ਚੰਦੇ ਦੇਣ ਦੇ ਵਿੱਚ ਵੀ ਬੜੇ ਮੂਹਰੇ ਨੇ, ਮੈਂਬਰਸ਼ਿਪ ਜਦੋਂ ਭਰਤੀ ਹੁੰਦੀ ਉਦੋਂ ਵੀ ਸਭ ਤੋਂ ਮੂਹਰੇ ਹੁੰਦੇ ਨੇ। ਸੋ ਇਹ ਵੀ ਦੇਖਣਾ ਪੈਣਾ ਕਿ ਇਹ ਮਜਬੂਰੀ ਕੀ ਸਰਕਾਰ ਦੀ, ਕੰਮ ਨਹੀਂ ਹੋ ਰਿਹਾ ਕਿ ਕਿਤੇ ਇਹ ਤਾਂ ਨਹੀਂ ਕਿ ਇੰਡੀਆ ਵਾਂਗੂ ਕਿ ਇੱਥੇ ਵੀ ਚੱਲ ਪਿਆ ਕੰਮ ਕਿ ਠੀਕ ਹੈ ਜੇ ਤੁਹਾਡੀ ਸਿਆਸੀ ਆਪਣਾ ਗਲਿਆਰਿਆਂ ਦੇ ਵਿੱਚ, ਸੱਤਾ ਦੇ ਗਲਿਆਰਿਆਂ 'ਚ ਤੁਹਾਡੀ ਪਹੁੰਚ ਹੈ ਤੇ ਜੋ ਮਰਜ਼ੀ ਕਰੀ ਚੱਲੋ, ਉੱਥੇ ਤੁਹਾਡੀ ਉੱਠਣੀ ਬੈਠਣੀ ਵੱਡੇ ਵੱਡੇ ਲੋਕਾਂ ਦੇ ਨਾਲ। ਕਿਉਂਕਿ ਪਿੱਛੇ ਇੱਕ ਜਿਹੜਾ ਇੱਕ ਟਰਾਂਸਪੇਰੈਂਸੀ ਇੰਟਰਨੈਸ਼ਨਲ ਅੰਤਰਰਾਸ਼ਟਰੀ ਪੱਧਰ 'ਤੇ ਕਰਪਸ਼ਨ ਦੇ ਉੱਤੇ ਨਿਗਾਹ ਰੱਖਣ ਵਾਲੀ ਇੱਕ ਜਥੇਬੰਦੀ, ਉਹਨੇ ਕੈਨੇਡਾ ਨੂੰ ਕੋਈ ਬਹੁਤੇ ਚੰਗੇ ਅੰਕ ਨਹੀਂ ਦਿੱਤੇ ਪਿੱਛੇ ਜੇ ਕਿ ਕੈਨੇਡਾ ਦਾ ਅੰਕ ਵੀ ਜਿਹੜਾ ਥੋੜ੍ਹਾ ਖਿਸਕਿਆ ਜਾ। ਸੋ ਇਹ ਗੱਲਾਂ ਦੱਸਦੀਆਂ ਨੇ ਕਿਧਰੇ ਨਾ ਕਿਧਰੇ ਮੁਆਸ਼ਰੇ 'ਚ ਕਰਪਸ਼ਨ ਵੀ ਹੈ ਜਿਹਦੇ ਕਰਕੇ ਇਹੋ ਜਿਹੇ ਲੋਕਾਂ ਨੂੰ ਮੂੰਹ ਪਿਆ ਹੋਇਆ। ਸੋ ਨਮਦੇ ਤਾਂ ਲਾਜ਼ਮੀ ਤੌਰ 'ਤੇ ਕੱਸੇ ਜਾਣੇ ਚਾਹੀਦੇ ਆ। ਜਿਨ੍ਹਾਂ ਲੋਕਾਂ ਦੇ ਨਾਂ ਅਜੇ ਤੱਕ ਸਾਹਮਣੇ ਆਏ ਨੇ ਉਹ ਸਿਰਫ ਉਹ ਨੇ ਜਿਨ੍ਹਾਂ ਦੀ ਸਿਰਫ ਗੱਲ ਕਰ ਰਹੇ ਹਾਂ। ਹਾਂਜੀ, ਜਿਨ੍ਹਾਂ ਦੇ ਹੁਣ ਤੱਕ ਨਾਂ ਹੀ ਨਹੀਂ ਸਾਹਮਣੇ ਆਏ, ਕੁਕਰਮ ਉਹਨਾਂ ਦੇ ਜਾਰੀ ਨੇ, ਉਹਨਾਂ ਦਾ ਆਪਾਂ ਕੀ ਕਰ ਲਿਆ। ਸੋ ਇਹ ਤਾਂ ਸਰਕਾਰਾਂ ਨੇ ਵੇਖਣਾ ਨਾ। ਅਸੀਂ ਚਰਚਾ ਹੀ ਕਰ ਸਕਦੇ ਕਿ ਆਹ ਕੁਛ ਸੁਣਨ ਨੂੰ ਆ ਰਿਹਾ ਕਿ ਕਿਵੇਂ LMI ਦੇ ਪੈਸੇ ਲਏ ਜਾਂਦੇ, ਕਿਵੇਂ ਤੁਸੀਂ ਪੈਸੇ ਲੈ ਕੇ ਲੋਕਾਂ ਨੂੰ ਮੰਗਾਉਂਦੇ ਹੋ ਉੱਥੇ, ਫਿਰ ਬਾਅਦ ਵਿੱਚ ਵੀ ਪੈਸੇ ਝਾੜੀ ਜਾਂਦੇ ਹੋ, ਪੱਕਾ ਕਰਨ ਲਈ ਵੀ ਪੈਸੇ ਝਾੜਦੇ ਹੋ, ਰਾਹ ਕੱਢੇ ਜਾ ਰਹੇ। ਕਈ ਥਾਂ 'ਤੇ ਇਸ਼ਤਿਹਾਰ ਲੱਗੇ ਸ਼ਰੇਆਮ ਕਿ ਤੁਸੀਂ ਵਿਜ਼ਿਟਰ ਦੇ ਤੌਰ 'ਤੇ ਆਏ ਹੋ ਅਤੇ ਜੇ ਇਮੀਗ੍ਰੇਸ਼ਨ ਲੈਣੀ ਚਾਹੋ ਸਾਨੂੰ ਮਿਲੋ। ਮਤਲਬ ਇਹ ਵੇਖ ਲਓ ਕਿ ਆਪ ਇਸ਼ਤਿਹਾਰ ਲਿਖ ਕੇ ਲਾਏ ਉਹਨਾਂ ਨੇ ਕਿ ਜੇ ਤੁਸੀਂ ਇਮੀਗ੍ਰੇਸ਼ਨ ਲੈਣੀ ਚਾਹੁੰਦੇ ਹੋ, ਇੱਥੇ ਆ ਗਏ ਹੋ, ਸਾਨੂੰ ਆ ਕੇ ਮਿਲ ਲਓ। ਸੋ ਇਹ ਆਪ ਮਤਲਬ ਉਹਨਾਂ ਨੇ ਕੋਈ ਨਾ ਕੋਈ ਘੁੰਤਰਾਂ ਕੱਢੀਆਂ ਹੋਈਆਂ ਇੱਦਾਂ ਦੀਆਂ। ਇਹਨਾਂ ਲੋਕਾਂ ਨੂੰ ਤਾਂ ਨਸ ਤਾਂ ਹੀ ਪਊਗੀ ਨਾ ਜੇ ਕਾਨੂੰਨ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੋਊਗਾ। ਜੇ ਘੁੰਤਰਾਂ ਹੈ ਨੇ ਤਾਂ ਫਿਰ ਉਹਨੂੰ ਦੂਰ ਕਰ ਦਿਓ। ਉਹ ਕਿਹੜੀ ਗੱਲੋਂ ਛੱਡੀਆਂ ਹੋਈਆਂ? ਇਹ ਚੋਰ ਮੋਰੀਆਂ ਸਿਰਫ ਜੇ ਸੌਦੇਬਾਜ਼ੀ ਲਈ ਜਾਂ ਪੈਸਿਆਂ ਲਈ ਜਿੱਥੇ ਰੱਖੀਆਂ ਹੋਈਆਂ ਅਤੇ ਕੈਨੇਡਾ ਦੀ ਕੋਈ ਬਹੁਤ ਚੰਗੀ ਗੱਲ ਨਹੀਂ। ਇਮੀਗ੍ਰੇਸ਼ਨ ਦਾ ਕੰਮ ਨਿਰਵਿਘਨ ਚੱਲਦਾ ਰਹੇ, ਸਾਫ਼ ਸੁਥਰੀ ਇਮੀਗ੍ਰੇਸ਼ਨ। ਜਿਹੜਾ ਬਹੁਤ ਲੋੜਵੰਦ ਹੈ ਉਸ ਦੇ ਲਈ ਤੁਹਾਡੇ ਵਿੱਚ ਦਇਆ ਦੀ ਪਹੁੰਚ ਹੋਵੇ, ਉਹ ਰਿਫਿਊਜੀ ਬਣ ਕੇ ਇੱਥੇ ਆ ਸਕੇ, ਉਹਨੂੰ ਮਾਣ ਹੋਵੇ ਕਿ ਕੈਨੇਡਾ ਇੱਕ ਦੇਸ਼ ਹੈ ਕਿ ਜੇ ਮੈਂ ਰਿਫਿਊਜੀ ਬਣ ਕੇ ਕੋਈ ਮੇਰੀ ਬਾਤ ਨਹੀਂ ਪੁੱਛਦਾ ਅਤੇ ਘੱਟੋ ਘੱਟ ਉਸ ਦੇਸ਼ 'ਚ ਜਾ ਕੇ ਮੈਂ ਦਸਤਕ ਦਊਂਗਾ ਅਤੇ ਲੋਕ ਮੈਨੂੰ ਕਲਾਵੇ 'ਚ ਰਹਿਣਗੇ। ਇਹ ਦੋ ਹੀ ਗੱਲਾਂ ਠੀਕ ਕਰਨ ਵਾਲੀਆਂ, ਬਾਕੀ ਤੀਜੀ ਗੱਲ ਤਾਂ ਕੋਈ ਹੈ ਹੀ ਨਹੀਂ। ਜਿਹੜਾ ਇਹ ਚੋਰ ਮੋਰੀਆਂ ਤੋਂ ਸੌਦੇਬਾਜ਼ੀਆਂ ਹੋ ਰਹੀਆਂ, ਇਹ ਸਰਕਾਰ ਨੂੰ ਬੰਦ ਕਰਨੇ ਪੈਣਗੇ। ਇਹ ਗੱਲ ਵੀ ਸੱਚ ਹੈ ਕਿ ਕੈਨੇਡਾ 'ਚ ਜਦੋਂ ਆਉਣ ਦਾ ਸਾਡਾ ਮਕਸਦ ਬਣਦਾ ਹੈ, ਉਹਦਾ ਕਾਰਨ ਇਹੀ ਹੁੰਦਾ ਹੈ ਕਿ ਅਸੀਂ ਵਧੀਆ ਜੀਵਨ ਦੀ ਭਾਲ 'ਚ ਹਾਂ ਇੱਥੇ, ਬਾਈ ਚੋਇਸ, ਬਾਈ ਚਾਂਸ ਨਹੀਂ, ਚੋਣ ਦੇ ਰਾਹੀਂ। ਅਸੀਂ ਜੰਮੇ ਕਿਤੇ ਹੋਰ ਹਾਂ ਪਰ ਆਏ ਕਿਤੇ ਹੋਰ ਹਾਂ। ਉਹਦਾ ਕਾਰਨ ਸੁਭਾਵਿਕ ਹੀ ਹੈ ਕਿ ਉੱਥੇ ਅੱਜ ਜਿਹੜਾ ਮਾਹੌਲ ਹੈ, ਅੱਜ ਕਿਹਾ ਜਾ ਰਿਹਾ ਕਿ ਅਡਾਨੀ ਅੰਬਾਨੀ ਜਿੰਨੇ ਅਮੀਰ ਹੋ ਰਹੇ ਨੇ, ਅੱਜ ਦੀ ਖਬਰ ਹੈ ਕਿ ਏਸ਼ੀਆ ਦਾ ਸਭ ਤੋਂ ਅਮੀਰ ਜਿਹੜਾ ਹੈ ਇਹ ਹੋ ਰਿਹਾ, ਲੱਖ ਲਾਹਨਤ ਹੈ, ਦੇਸ਼ ਤਾਂ ਗਰੀਬ ਹੋ ਰਿਹਾ, ਲੋਕ ਤਾਂ ਲੁੱਟੇ ਜਾ ਰਹੇ ਨੇ ਅਤੇ ਦੇਸ਼ ਛੱਡ ਕੇ ਸਾਰੇ ਬਾਹਰ ਆਏ ਰਹੇ ਨੇ। ਇਹ ਸੰਤਾਪ ਹੈ, ਗੰਭੀਰ ਚਿੰਤਾ ਦਾ ਵਿਸ਼ਾ ਹੈ। ਗੁਰਪ੍ਰੀਤ ਸਿੰਘ ਜੀ, ਤੁਹਾਡੇ ਵਿਚਾਰਾਂ ਖਿਆਲਾਂ ਦੇ ਲਈ ਤਹਿ ਦਿਲੋਂ ਸ਼ੁਕਰੀਆ ਜੀ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਅਖੀਰ ਦੇ ਵਿੱਚ ਜੇ ਅਸੀਂ ਇਹ ਗੱਲ ਸੋਚਦੇ ਹਾਂ ਕਿ ਸਾਡਾ ਖੁਸ਼ਹਾਲ ਪੰਜਾਬ ਹੋਵੇ ਤਾਂ ਉਸ ਦੇ ਪ੍ਰਤੀ ਫਿਕਰਮੰਦੀ ਵੀ ਕਰੀਏ। ਇਹ ਗੱਲ ਇੱਕ ਸੁਭਾਵਿਕ ਹੀ ਹੈ ਕਿ ਪਲਾਇਨ ਹੋਣਾ ਕਿੰਨਾ ਕਾਰਨਾਂ ਕਰਕੇ ਹੋਣਾ, ਇਹ ਅਸੀਂ ਰੱਦ ਨਹੀਂ ਕਰ ਸਕਦੇ। ਅੱਜ ਤੋਂ ਨਹੀਂ, ਪਹਿਲਾਂ ਤੋਂ ਹੀ ਵਾਸ ਪ੍ਰਵਾਸ ਦਾ ਚੱਲਦਾ ਆ ਰਿਹਾ ਹੈ।
ਸੋ ਇਸ ਦਾ ਮਾਹੌਲ ਸੁਖਾਵਾਂ ਬਣਾਈਏ। ਵੈਸੇ ਵੀ ਚੰਗੇ ਲੋਕ ਜੇ ਬਾਹਰ ਜਾਂਦੇ ਨੇ, ਵਸਦੇ ਰਹੋ ਤੇ ਉੱਜੜ ਜਾਓ ਵਾਲਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੰਕਲਪ ਹੈ, ਜੇ ਚੰਗੇ ਚੰਗੇ ਬਾਹਰ ਫੈਲੇ ਨੇ, ਜਿੱਥੇ ਖੁਸ਼ਬੂ ਉਹਨਾਂ ਨੇ ਫੈਲਾਈ ਹੈ ਤਾਂ ਉਹ ਆ ਕੇ ਉੱਜੜ ਕੇ ਬਾਹਰ ਵਸੇ ਨੇ, ਤਾਂ ਉਹਨਾਂ ਨੇ ਪੰਜਾਬ ਪੰਜਾਬੀਅਤ ਦਾ, ਸਾਡੀ ਵਿਰਸੇ ਤੇ ਇਤਿਹਾਸ ਦਾ ਨਾਂ ਰੌਸ਼ਨ ਕੀਤਾ। ਸੋ ਆ ਰਹੇ ਵਿਦਿਆਰਥੀਆਂ ਦਾ ਵੀ ਇਹ ਫਰਜ਼ ਬਣਦਾ ਹੈ, ਪਰ ਉਦੋਂ ਵੱਡਾ ਫਰਜ਼ ਇੱਥੋਂ ਦੇ ਲੋਕਾਂ ਦਾ ਬਣਦਾ, ਸੰਸਥਾਵਾਂ ਦਾ ਬਣਦਾ ਕਿ ਕਲਾਵੇ 'ਚ ਲੈਣ। ਸਾਡੇ ਬੱਚਿਆਂ ਲਈ ਉਹ ਖਤਰਾ ਨਹੀਂ, ਅਸੀਂ ਉਹਨਾਂ ਨੂੰ ਆਪਣੇ ਨਾਲ ਜੋੜੀਏ। ਕੱਲ੍ਹ ਦੇ ਸੁਨਹਿਰੀ ਭਵਿੱਖ ਦੇ ਵਾਰਸ ਨੇ। ਜਿਹੜੀਆਂ ਸੰਸਥਾਵਾਂ, ਕਾਲਜ ਜਾਂ ਇਮੀਗ੍ਰੇਸ਼ਨ ਦੀਆਂ ਆਰਗੇਨਾਈਜੇਸ਼ਨ ਹੈ, ਸਰਕਾਰ ਹਰ ਹਾਲਤ ਦੇ ਵਿੱਚ ਉਹਨਾਂ 'ਤੇ ਸਖਤੀ ਵਰਤੇ ਤੇ ਭੇਜਣ ਵਾਲੇ ਵੀ ਅੱਖਾਂ ਖੋਲ੍ਹ ਕੇ ਦੇਖਣ ਕਿ ਕੋਈ ਗੈਰ ਕਾਨੂੰਨੀ ਤਾਂ ਨਹੀਂ ਹੈ, ਮਾਨਤਾ ਪ੍ਰਾਪਤ ਹੈ ਜਾਂ ਨਹੀਂ। ਅੰਨ੍ਹੇਵਾਹ ਅਸੀਂ ਸਿਰਫ ਤੇ ਸਿਰਫ ਇਸ਼ਤਿਹਾਰਬਾਜ਼ੀ ਦੇ ਰਾਹੀਂ ਇਹੋ ਪ੍ਰਚਾਰ ਨਾ ਕਰੀਏ ਕਿ ਇਹ ਸਾਰੇ ਠੀਕ ਠਾਕ ਨੇ। ਪਹਿਲਾਂ ਘੋਖੀਏ, ਪੜਤਾਲੀਏ, ਵਿਚਾਰੀਏ, ਫਿਰ ਜਾ ਕੇ ਅਸੀਂ ਇਸ ਪਾਸੇ ਵੱਲ ਚੱਲੀਏ। ਸੋ ਜਿਹੜੇ ਇਕੱਠ ਕਰ ਰਹੇ ਸਾਡੇ ਐਤਵਾਰ ਨੂੰ ਇੱਥੋਂ ਦੇ ਸਰੀ ਦੇ ਵਸਨੀਕ ਸੰਸਥਾਵਾਂ ਨੇ, ਅਸੀਂ ਉਹਨਾਂ ਦੀ ਹਮਾਇਤ ਕਰਦੇ ਹੋਏ ਧੰਨਵਾਦ ਕਰਦੇ ਹਾਂ ਕਿ ਇਹੋ ਜਿਹਾ ਉਪਰਾਲਾ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ। ਅੰਤਰਰਾਸ਼ਟਰੀ ਵਿਦਿਆਰਥੀ ਕੋਈ ਬਾਹਰਲੇ ਨਹੀਂ, ਸਾਡੇ ਆਪਣੇ ਨੇ, ਆਪ ਆਏ ਨੇ, ਇਹਨਾਂ ਨੂੰ ਕੰਠ ਨਾਲ ਲਾਈਏ। ਆਪ ਸਾਰੇ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।